ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ ਤੇ ਆਮ ਤੌਰ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਤੁਹਾਡੇ ਨਾਲ 8-10 ਕੈਨੇਡਾ ਦੇ ਮੁੱਦੇ ਸਾਂਝੇ ਕਰਦੇ ਹਾਂ, ਉਹ ਮੁੱਦੇ ਜਿਨ੍ਹਾਂ ਦੇ ਉੱਤੇ ਉਸ ਦਿਨ ਗੱਲਬਾਤ ਹੋ ਰਹੀ ਹੁੰਦੀ ਹੈ। ਅੱਜ ਕੈਨੇਡਾ ਦੇ ਵਿੱਚ ਜਿਹੜੇ 8-10 ਮੁੱਦਿਆਂ ਦੇ ਉੱਤੇ ਚਰਚਾ ਹੋ ਰਹੀ ਹੈ ਉਹਨਾਂ ਦੇ ਵਿੱਚ ਇੱਕ ਤਾਂ ਇਹ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵ ਦੀ ਹਰਮਨਪਿਆਰਤਾ ਵੱਧ ਰਹੀ ਹੈ, ਜਸਟਿਨ ਟਰੂਡੋ ਦੀ ਹਰਮਨਪਿਆਰਤਾ ਘਟ ਰਹੀ ਹੈ। ਪ੍ਰਧਾਨ ਮੰਤਰੀ ਵਜੋਂ ਲੋਕ ਪੀਅਰ ਪੋਲੀਏਵ ਨੂੰ ਦੇਖ ਰਹੇ ਆ, ਇਹ ਇੱਕ ਗੱਲਬਾਤ ਸਾਹਮਣੇ ਆਈ ਹੈ, ਇਹ ਤੁਹਾਡੇ ਨਾਲ ਸਾਂਝੀ ਕਰਾਂਗੇ। ਦੂਜਾ, ਇਸ ਵੇਲੇ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਲੋਕਾਂ ਦੇ ਉੱਤੇ ਚੱਲ ਰਿਹਾ, ਫਾਈਨੈਂਸ਼ੀਅਲ ਪ੍ਰੈਸ਼ਰ ਆ, ਲੋਕ ਕਰਜ਼ੇ ਥੱਲੇ ਜ਼ਿਆਦਾ ਆ, ਅਤੇ ਆਪਾਂ ਗੱਲਬਾਤ ਇਹ ਕਰਾਂਗੇ ਕਿ ਕਿੰਨਾ ਕੁ ਕਰਜ਼ਾ ਲੋਕਾਂ ਦੇ ਸਿਰ ਆ ਅਤੇ ਤੁਹਾਡੇ ਸਿਰ 'ਤੇ ਕਿੰਨਾ ਕੁ ਕਰਜ਼ਾ, ਤੁਸੀਂ ਕਿਹਨਾਂ ਦੇ ਵਿੱਚ ਆਉਂਦੇ ਆ, ਇਹ ਠੀਕ ਆ, ਜ਼ਿਆਦਾ ਆ ਜਾਂ ਘੱਟ ਆ। ਗਰੋਸਰੀ ਖਰੀਦਣ ਦੇ ਵਿੱਚ ਸਰਕਾਰ ਮਦਦ ਕਰ ਰਹੀ ਹੈ। ਫੈਡਰਲ ਬਜਟ ਦੇ ਵਿੱਚ ਲੋਕਾਂ ਦੇ ਬਹੁਤ ਸਾਰੇ ਸਵਾਲ ਆ ਵੀ ਚੰਗੀ ਤਰ੍ਹਾਂ ਦੱਸੋ ਇਹਦੇ 'ਚ ਕਿਹਨੂੰ ਕਿੰਨੇ ਪੈਸੇ ਮਿਲਣੇ ਆ ਅਤੇ ਕਿਹਨੂੰ ਨਹੀਂ ਮਿਲਣੇ, ਉਹ ਗੱਲਬਾਤ ਕਰਾਂਗੇ। RCMP ਸੰਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਬਹੁਤ ਸਾਰੇ ਨੁਕਸ ਕੱਢੇ RCMP ਦੇ ਵਿੱਚ ਔਰ ਬੜੀ ਖਿੱਚਿਆ ਗਿਆ RCMP ਨੂੰ। ਐਬਸਫੋਰਡ ਦੇ ਵਿੱਚ ਜਿਹੜੀ ਇੰਪੇਅਰਡ ਡਰਾਈਵਿੰਗ ਆ ਉਹਦੇ ਸੰਬੰਧੀ ਅੰਕੜੇ ਸਾਹਮਣੇ ਆਏ ਆ, ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਅਤੇ ਇੱਕ ਅੱਜ ਬੜੀ ਦਿਲਚਸਪ ਜਿਹੜਾ ਸਰਵੇ ਸਾਹਮਣੇ ਆਇਆ ਵੀ ਕੈਨੇਡਾ 'ਚ ਲੋਕ ਝੂਠ ਕਿੰਨੇ ਕੁ ਬੋਲਦੇ ਆ ਅਤੇ ਕਿੱਦਾਂ ਦਾ ਬੋਲਦੇ ਆ। ਵੈਨਕੂਵਰ ਦੇ ਵਿੱਚ ਚੋਰਾਂ ਦੇ ਸ਼ਿਕੰਜਾ ਕੱਸਿਆ, ਜਿਹੜੇ ਦੁਕਾਨਾਂ ਤੋਂ ਚੀਜ਼ਾਂ ਚੱਕ ਕੇ ਲੈ ਜਾਂਦੇ ਆ, ਉਹਨਾਂ ਦੇ ਉੱਤੇ ਕਾਫੀ ਸਰਕਾਰ ਸਖਤੀ ਕਰ ਰਹੀ ਆ। ਓਜ਼ੈਂਪਿਕ ਇੱਕ ਦਵਾਈ ਆ ਅਤੇ ਜਿਹਦੇ ਨਾਲ ਕਹਿੰਦੇ ਸ਼ੂਗਰ ਦੀ ਦਵਾਈ ਨਾਲ ਭਾਰ ਘਟਦਾ, ਅਤੇ ਹੁਣ ਇੱਥੋਂ ਅਮਰੀਕਾ ਦੇ ਵੱਲੋਂ ਜਾ ਰਹੀ ਆ, ਉਹਦੇ ਬਾਰੇ ਆਪਾਂ ਗੱਲਬਾਤ ਕਰ ਲਈਏ, ਜਾਇਜ਼ ਆ ਕਿ ਨਹੀਂ ਜਾਇਜ਼। ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਬਹੁਤ ਸਾਰੇ ਘਰ ਚਾਹੀਦੇ ਆ, ਜਿੱਦਾਂ ਲੋਕ ਇੱਥੇ ਆ ਰਹੇ, ਕਿੰਨੇ ਕੁ ਘਰ ਚਾਹੀਦੇ, ਕੀ ਅੰਕੜੇ ਕਹਿੰਦੇ ਆ, ਇਹ ਆਪਾਂ ਗੱਲਬਾਤ ਤੁਹਾਡੇ ਨਾਲ ਅੱਜ ਕਰਨੀ ਹੈ। ਸੋ ਇਹ 8-10 ਮੁੱਦੇ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਫੈਡਰਲ ਪੋਲੀਟਿਕਸ ਬਾਰੇ। ਲਿਬਰਲ ਪਾਰਟੀ ਲੰਬੇ ਸਮੇਂ ਤੋਂ ਕੈਨੇਡਾ 'ਚ ਰਾਜ ਕਰ ਰਹੀ ਹੈ। ਲਿਬਰਲ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਸੀਗੀ, ਸਟੀਫਨ ਹਾਰਪਰ ਸਾਡੇ ਪ੍ਰਾਈਮ ਮਿਨਿਸਟਰ ਸੀਗੇ, ਉਸ ਤੋਂ ਬਾਅਦ ਜਸਟਿਨ ਟਰੂਡੋ ਹੁਣ ਲੰਬੇ ਸਮੇਂ ਤੋਂ ਪ੍ਰਾਈਮ ਮਿਨਿਸਟਰ ਨੇ। ਦੋਵਾਂ ਪਾਰਟੀਆਂ ਦੇ ਵਿੱਚ ਹੀ ਅਦਲ ਬਦਲ ਹੁੰਦਾ ਰਹਿੰਦਾ, ਕਦੇ ਉਹ ਆ ਜਾਂਦੇ ਕਦੇ ਉਹ ਆ ਜਾਂਦੇ ਆ। ਅਤੇ ਹੁਣ ਇਸ ਵੇਲੇ ਜਿਹੜੀ ਸਥਿਤੀ ਇਸ ਵੇਲੇ ਆਈ ਆ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਪੀਅਰ ਪੋਲੀਏਵ ਜਿਹੜੇ ਉਹਨਾਂ ਦਾ ਹੱਥ ਉੱਤੇ ਦੱਸਿਆ ਜਾ ਰਿਹਾ, ਲੋਕ ਉਹਨਾਂ ਨੂੰ ਜ਼ਿਆਦਾ ਪਸੰਦ ਕਰ ਰਿਹਾ ਜਸਟਿਨ ਟਰੂਡੋ ਦੇ ਮੁਕਾਬਲੇ। ਪੀਅਰ ਪੋਲੀਏਵ ਬਾਰੇ ਤੁਸੀਂ ਜਾਣਦੇ ਆ ਕਿ ਸਾਡੇ ਵੱਡੇ ਇੱਕ ਪੋਲੀਟੀਸ਼ੀਅਨ ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ, ਜਿਹੜੇ ਉਹ ਕਾਰਲਟਨ ਤੋਂ 2015 ਦੇ ਵਿੱਚ ਬਣੇ ਸੀਗੇ। 79 ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀ ਕੈਲਗਰੀ ਅਲਬਰਟਾ ਦੇ ਵਿੱਚ, ਅਤੇ ਆਟਵਾ ਦੇ ਵਿੱਚ ਮੁੜ ਕੇ ਇਹ ਵੱਡੇ ਹੋਏ ਆ। ਪੀਅਰ ਪੋਲੀਏਵ ਨੇ ਪੋਲੀਟੀਕਲ ਸਾਇੰਸ ਪੜ੍ਹੀ ਆ ਯੂਨੀਵਰਸਿਟੀ ਆਫ ਕੈਲਗਰੀ ਤੋਂ, ਅਤੇ ਮੁੜ ਕੇ ਕਾਰਲਟਨ ਯੂਨੀਵਰਸਿਟੀ ਤੋਂ, ਅਤੇ ਫਿਰ ਇਹਨਾਂ ਨੇ ਜਿਹੜਾ ਪੋਲੀਟੀਕਲ ਸਟਾਫਰ ਵਜੋਂ ਕੰਮ ਕੀਤਾ ਕੁਛ ਜਿਹੜੀ ਪੋਲੀਟਿਕਸ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ, ਅਤੇ ਮੈਂਬਰ ਆਫ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਅਤੇ ਉਹਦੇ ਤੋਂ ਬਾਅਦ ਇਹ ਹਾਈ ਪ੍ਰੋਫਾਈਲ ਪੋਜੀਸ਼ਨਸ ਜਿਹੜੀਆਂ ਪਾਰਟੀ ਦੇ ਵਿੱਚ ਸੀਗੀਆਂ ਉੱਥੇ ਕਾਫੀ ਸਮਾਂ ਰਹੇ ਆ। ਮਿਨਿਸਟਰ ਆਫ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ, ਮਿਨਿਸਟਰ ਆਫ ਸਟੇਟ ਫॉर ਡੈਮੋਕ੍ਰੈਟਿਕ ਰਿਫਾਰਮਸ ਅਤੇ ਟ੍ਰੈਜਰੀ ਬੋਰਡ ਕ੍ਰਿਟਿਕ ਰਹੇ ਆ। ਇਹਨਾਂ ਨੂੰ ਮੰਨਿਆ ਜਾਂਦਾ ਕਿ ਕਾਫੀ ਉਹਨਾਂ ਦੇ ਕੰਜ਼ਰਵੇਟਿਵ ਵਿਊ ਹੁੰਦੇ ਆ, ਅਤੇ ਇੱਕ ਜਿਹੜੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਵੱਡੇ ਕਾਫੀ ਚਿਰ ਬਾਅਦ ਜਿਹੜਾ ਇੱਕ ਸਟਰੋਂਗ ਲੀਡਰ ਮਿਲਿਆ ਆ। ਅਤੇ ਹਾਲਾਂਕਿ ਪਹਿਲਾਂ ਇਹਨਾਂ ਦੀ ਰੇਟਿੰਗ ਇੰਨੀ ਜ਼ਿਆਦਾ ਉੱਤੇ ਨਹੀਂ ਸੀ, ਪਰ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਕਾਫੀ ਜ਼ਿਆਦਾ ਲੋਕ ਪਸੰਦ ਕਰ ਰਹੇ ਆ। ਇਹਨਾਂ ਨੇ ਇੱਕ ਮਤਲਬ ਕਿ ਇੱਕ ਪੋਲਰਾਈਜ਼ਿੰਗ ਫਿਗਰ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਪੀਅਰ ਪੋਲੀਏਵ ਰਹੇ ਆ। ਫੈਡਰਲ ਲਿਬਰਲ ਡਾਊਨਵਰਡ ਜਾ ਰਹੇ ਆ। ਜਿਹੜੇ 3 ਕੀ ਮੈਜਰਸ ਨੇ, ਅਤੇ ਜਿਹੜੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਉਹ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਅੱਗੇ ਲੰਘ ਗਏ ਆ ਜਦੋਂ ਸਵਾਲ ਕੀਤਾ ਜਾਂਦਾ ਕੈਨੇਡੀਅਨਸ ਨੂੰ ਕਿ ਤੁਸੀਂ ਕਿਹਨੂੰ ਪ੍ਰਾਈਮ ਮਿਨਿਸਟਰ ਵਜੋਂ ਪ੍ਰੈਫਰ ਕਰੋਗੇ। ਨੈਨੋਜ਼ ਰਿਸਰਚ ਦੀ ਇੱਕ ਇਹ ਰਿਸਰਚ ਆ, ਅਤੇ ਉਹਨਾਂ ਨੇ ਇਹ ਜਾਣਕਾਰੀ ਸਾਹਮਣੇ ਲਿਆਂਦੀ ਆ। ਹੁਣ ਬੈਲਟ ਸਪੋਰਟ ਕਿਹਾ ਜਾ ਰਿਹਾ ਕਿ ਨੈਗੇਟਿਵਲੀ ਟਰੈਂਡ ਕਰ ਰਹੀ ਹੈ ਪਿਛਲੇ ਕੁਛ ਹਫ਼ਤਿਆਂ ਤੋਂ ਲਿਬਰਲਸ ਦੇ ਲਈ, ਲੋਕ ਪਸੰਦ ਨਹੀਂ ਕਰ ਰਹੇ। ਅਤੇ ਦੂਜੇ ਪਾਸੇ ਜਿਹੜੇ ਕੰਜ਼ਰਵੇਟਿਵ ਨੇ ਉਹਨਾਂ ਦੇ ਲਈ ਇਹ ਸਟੈਡੀ ਆ, ਅਤੇ ਟਰੂਡੋ ਨੂੰ ਐਜ਼ ਅ ਪ੍ਰਾਈਮ ਮਿਨਿਸਟਰ ਸਪੋਰਟ ਥੱਲੇ ਆ ਗਈ ਆ ਲੋਕਾਂ ਦੀ। ਅਤੇ ਜਿਹੜੇ ਪਰਸਨਲ ਇਹਨਾਂ ਦੇ ਨੰਬਰ ਆ ਪੀਅਰ ਪੋਲੀਏਵ ਦੇ, ਉਹ ਉੱਤੇ ਚਲੇ ਗਏ, ਅਤੇ ਇੰਨੇ ਕੁ ਉੱਤੇ ਚਲੇ ਗਏ ਵੀ ਜਸਟਿਨ ਟਰੂਡੋ ਤੋਂ ਅੱਗੇ ਲੰਘ ਗਿਆ। ਇੱਥੇ ਵੀ ਦੱਸ ਦੇਣਾ ਜ਼ਰੂਰੀ ਆ ਕਿ ਕੋਈ ਵੋਟਾਂ ਨਹੀਂ ਹੁੰਦੀਆਂ, ਇਹ ਕੋਈ ਇਸ ਕਿਸਮ ਦੀ ਪੱਕੀ ਗੱਲ ਨਹੀਂ ਹੁੰਦੀ, ਪਰ ਕਿਉਂਕਿ ਇਹ ਨੈਨੋਜ਼ ਰਿਸਰਚ ਬਹੁਤ ਵੱਡੀ ਇੱਕ ਸਰਵੇ ਕਰਨ ਵਾਲੀ ਕੰਪਨੀ ਆ, ਇਹ ਕਰਦੀ ਆ, ਅਤੇ ਇਹਨਾਂ ਦਾ ਬਹੁਤ ਜਿਹੜਾ ਡੂੰਘਾ ਹੁੰਦਾ ਹੈ ਇਹ ਸਾਰਾ ਹਿਸਾਬ ਕਿਤਾਬ, ਉਹਨਾਂ ਨੇ ਇਹ ਗੱਲਬਾਤ ਕਰਕੇ ਦੱਸੀ ਆ। ਹੁਣ ਕਿਉਂਕਿ ਬਜਟ 2 ਦਿਨ ਪਹਿਲਾਂ ਹੋਇਆ, ਕੱਲ੍ਹ ਆਪਾਂ ਗੱਲਬਾਤ ਕੀਤੀ ਆ, ਇਹਨਾਂ ਨੇ ਜਸਟਿਨ ਟਰੂਡੋ ਨੇ ਗਰੋਸਰੀ 'ਤੇ ਰਿਬੇਟ ਦਿੱਤੀ ਆ, ਲੋਕਾਂ ਨੂੰ ਬਹੁਤ ਸਾਰੀਆਂ ਡੈਂਟਲ ਕੇਅਰ ਸਾਹਮਣੇ ਲੈ ਕੇ ਆਂਦੀ ਆ, ਹੋਰ ਕਈ ਗੱਲਾਂ ਕੀਤੀਆਂ। ਹੋ ਸਕਦਾ ਇਹਦੇ ਤੋਂ ਬਾਅਦ ਫੇਰ ਇਹ ਉੱਤੇ ਚਲੇ ਜਾਣ, ਉਹ ਹਜੇ ਸਾਡੇ ਕੋਲ ਅੰਕੜੇ ਨਹੀਂ ਆ। ਜਿਹੜੀ ਕੁਛ ਦਿਨ ਪਹਿਲਾਂ ਤੱਕ ਦੀ ਰਿਪੋਰਟ ਸੀਗੀ, ਉਦੋਂ ਤੱਕ ਪੀਅਰ ਪੋਲੀਏਵ ਦੱਸਿਆ ਜਾ ਰਿਹਾ ਕਿ ਉਹ ਉੱਪਰ ਜਾ ਰਹੇ ਨੇ।
ਇਸ ਵੇਲੇ ਜਸਟਨ ਟਰੂਡੋ ਤੋਂ ਅੱਗੇ ਨੇ ਜਿਹੜੇ ਨਿਕ ਨੈਨੋਜ਼ ਇਹ ਪੋਲਸਟਰ ਨੇ ਤੇ ਨੈਨੋ ਰਿਸਰਚ ਨੂੰ ਚੇਅਰ ਕਰਦੇ ਨੇ, ਉਹਨਾਂ ਨੇ ਇਹ ਗੱਲਬਾਤ ਦੱਸੀ ਆ। ਤੇ ਇਹਦੇ ਵਿੱਚ ਜਿਹੜੀ ਇਹ ਮੈਂਬਰਸ ਨੇ ਜਿਹੜੇ ਪ੍ਰੈਫਰਡ ਪ੍ਰਾਈਮ ਮਿਨਿਸਟਰ ਦੇ ਕੁਐਸਚਨ ਦੇ ਉੱਤੇ ਲਿਬਰਲਸ ਪਿੱਛੇ ਚਲੇ ਗਏ ਆ, ਇਹ ਅੱਗੇ ਆ ਗਏ ਆ, ਵੋਟਰਸ ਇਹਨਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਆ। ਹਾਲਾਂਕਿ ਸਮੇਂ ਦੇ ਵਿੱਚ ਕੀ ਹੋਈ ਜਾਂਦਾ, ਅੱਗੇ ਤੱਕ ਕੀ ਹੋਣਾ ਇਹ ਬਾਅਦ ਦੀ ਗੱਲ ਆ, ਪਰ ਜਿਹੜੇ ਕੰਜ਼ਰਵੇਟਿਵ ਨੇ ਇਸ ਵੇਲੇ ਨੈਨੋ ਦੀ ਰਿਸਰਚ ਦੇ ਉੱਤੇ 50 ਪੁਆਇੰਟ ਦੇ ਉੱਤੇ ਨੇ, ਜਿਹੜਾ ਪਾਵਰ ਇੰਡੈਕਸ ਆ ਉਹਨਾਂ ਦਾ, ਤੇ ਦੂਜੇ ਪਾਸੇ ਲਿਬਰਲਸ 47 ਦੇ ਉੱਤੇ ਆ ਤੇ NDP 46 ਦੇ ਉੱਤੇ ਦੱਸੀ ਜਾ ਰਹੀ ਆ। ਕਾਰਨ ਕੀ ਆ ਕੰਜ਼ਰਵੇਟਿਵ ਦਾ ਅੱਗੇ ਜਾਣ ਦਾ? ਜਿਹੜੀ ਸ਼ੇਅਰ ਆਫ ਐਕਸੈਸੀਬਿਲਿਟੀ ਵੋਟਰਸ ਆ ਕੈਨੇਡਾ ਦੇ ਵਿੱਚ ਉਹ ਵਧ ਰਿਹਾ। ਪਿਛਲੇ 50 ਸਾਲਾਂ ਦੇ ਵਿੱਚ ਲਿਬਰਲਸ ਜਿਹੜੇ ਨੇ ਟ੍ਰੈਡੀਸ਼ਨਲੀ ਉਹਨਾਂ ਦੇ ਕੋਲ ਵੱਡਾ ਜਿਹੜਾ ਪੂਲ ਆ ਇੱਕ ਐਕਸੈਸੀਬਲ ਵੋਟਰਸ ਦਾ। ਇਹਦਾ ਮਤਲਬ ਇਹ ਆ ਕਿ ਉਹ ਲਿਬਰਲ ਨੂੰ ਵੋਟ ਪਾਉਂਦੇ ਆ ਨੈਨੋਸ ਦੇ ਕਹਿਣ ਅਨੁਸਾਰ। ਇਹਦਾ ਮਤਲਬ ਇਹ ਆ ਕਿ 15 ਦੀ ਇਲੈਕਸ਼ਨ ਦੇ ਵਿੱਚ ਜਦੋਂ ਟਰੂਡੋ ਬਣੇ ਆ, ਉਹਨਾਂ ਨੇ ਮੈਜੋਰਿਟੀ ਲੈ ਲਈ ਸੀ ਲਿਬਰਲਸ ਨੇ, ਤੇ 184 ਸੀਟਾਂ ਲੈ ਗਏ ਸੀ ਇਹ। ਦੂਜੇ ਪਾਸੇ ਸਟੀਫਨ ਹਾਰਪਰ ਕੰਜ਼ਰਵੇਟਿਵ ਜਿਹੜੇ ਆਗੂ ਸੀਗੇ ਤੇ ਬਾਅਦ ਦੇ ਵਿੱਚ ਉਹ ਰਿਜ਼ਾਈਨ ਕਰ ਗਏ ਸੀ, ਉਹਨਾਂ ਨੂੰ ਸਿਰਫ 99 ਸੀਟਾਂ ਮਿਲੀਆਂ ਸੀ। ਪਰ 2015 ਤੋਂ ਲੈ ਕੇ ਜਿਹੜਾ ਪ੍ਰਪੋਰਸ਼ਨ ਆ ਕੈਨੇਡਾ ਦੇ ਵਿੱਚ ਜਿਹੜੇ ਲਿਬਰਲਸ ਨੂੰ ਵੋਟ ਕਰਦੇ ਆ, ਉਹ ਹਿੱਸਾ ਜਿਹੜਾ ਸੀਗਾ ਉਹ ਥੱਲੇ ਚਲਿਆ ਗਿਆ। ਤੇ ਉਹ ਕਾਫੀ ਜਿਹੜਾ ਮਤਲਬ ਵੱਡੇ ਇੱਕ ਥਾਂ ਤੋਂ ਥੋੜਾ ਉਹਨਾਂ ਦਾ ਘੇਰਾ ਇਸ ਮਾਮਲੇ ਦੇ ਵਿੱਚ ਰਹਿ ਗਿਆ। ਤੇ ਹੁਣ ਲਿਬਰਲਸ ਜਿਹੜੇ ਆ ਉਹ ਇਸ ਸਾਰੇ ਕੁਛ ਦੇ ਵਿੱਚ ਜਿਹੜਾ ਥੱਲੇ ਨੂੰ ਜਾਂਦੇ ਗਏ, ਤੇ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਮੈਜੋਰਿਟੀ ਅੱਗੇ ਨਹੀਂ ਮਿਲੀ। ਸਟੀਫਨ ਹਾਰਪਰ ਜਿੱਤੇ ਸੀ ਕਈ ਇਲੈਕਸ਼ਨ ਉਹ, ਤੇ ਕਿਉਂਕਿ ਉਹਨਾਂ ਕੋਲੇ ਮਤਲਬ 6 ਪੁਆਇੰਟ ਐਡਵਾਂਟੇਜਸ ਦੱਸਿਆ ਜਾ ਰਿਹਾ ਸੀ, ਤੇ ਕੰਜ਼ਰਵੇਟਿਵ ਕੋਲ ਇਸ ਵੇਲੇ ਵੀ 6 ਪੁਆਇੰਟ ਐਡਵਾਂਟੇਜਸ ਹੈਗਾ ਆ। ਹੁਣ ਇੱਕ ਤਾਂ ਹੈਗਾ ਵੀ ਬਜਟ ਤੇ ਜਿਹੜੇ ਇਹਦੇ ਮਾਮਲੇ ਦੇ ਉੱਤੇ ਕੀ ਇਹਨਾਂ ਨੇ ਕੀਤਾ ਆ। ਫੈਡਰਲ ਬਜਟ ਜਿਹੜਾ ਲਿਬਰਲ ਸਰਕਾਰ ਦਾ ਪ੍ਰਾਇੋਰਟਾਈਜ਼ ਕੀਤਾ, ਉਹਨਾਂ ਨੇ ਜਿਹੜੀਆਂ ਲੋਕਾਂ ਦੀ ਮਦਦ ਕਰਨ ਦੇ ਵਿੱਚ, ਕਲੀਨ ਇਕੋਨਮੀ ਦੇ ਵਿੱਚ ਇਨਵੈਸਟ ਕਰਨ ਦੇ ਲਈ, ਡੈਂਟਲ ਕੇਅਰ ਦੇ ਲਈ ਤੇ ਦੂਜੀਆਂ ਚੀਜ਼ਾਂ ਦੇ ਲਈ, ਇਹ ਹੁਣ ਪਤਾ ਲੱਗੂਗਾ 10 ਦਿਨ ਬਾਅਦ, 7 ਦਿਨ ਜਾਂ 10 ਦਿਨ ਬਾਅਦ ਰਿਪੋਰਟ ਆਊਗੀ, ਫਿਰ ਪਤਾ ਲੱਗੂਗਾ ਵੀ ਇਹਨੇ ਕੋਈ ਅਸਰ ਇਹਦੇ ਉੱਤੇ ਕੀਤਾ ਜਾਂ ਇਹਦੇ ਉੱਤੇ ਅਸਰ ਨਹੀਂ ਕੀਤਾ। ਪਰ ਇਸ ਵੇਲੇ ਇਹ ਦੂਜੇ ਨੰਬਰ ਦੇ ਉੱਤੇ ਦੱਸੇ ਜਾ ਰਹੇ ਆ। ਜਸਟਨ ਟਰੂਡੋ ਕਾਫੀ ਸਮਾਂ ਜਦੋਂ ਤੱਕ ਲੋਕਾਂ ਨੇ ਖਾਸ ਤੌਰ ਦੇ ਉੱਤੇ ਆਲੋਚਨਾ ਜਿਹੜੀ ਬਜਟ ਦੇ ਮਾਮਲੇ ਦੇ ਉੱਤੇ ਲੈ ਕੇ ਲਿਬਰਲਸ ਦੀ ਹੋ ਰਹੀ ਆ, ਜਾਂ ਪਹਿਲਾਂ ਲੋਕ ਖੁਸ਼ ਬਹੁਤ ਸੀ ਕਿ ਇਹਨਾਂ ਨੇ ਸਾਨੂੰ ਪੈਸਾ ਦੇ ਦਿੱਤਾ ਇਹਦੇ ਵਿੱਚ, ਕਰੋਨਾ ਵਾਇਰਸ ਦੇ ਵਿੱਚ ਜਦੋਂ ਪੈਂਡੈਮਿਕ ਹੋਈ ਸੀ ਵੀ ਟਰੂਡੋ ਸਰਕਾਰ ਨੇ ਬਾਂਹ ਫੜੀ, ਪੈਸੇ ਦੇ ਦਿੱਤੇ। ਹੁਣ ਜਦੋਂ ਉਹਦੇ ਤੋਂ ਬਾਅਦ ਮਹਿੰਗਾਈ ਵੱਧ ਗਈ, ਇਹ ਮਹਿੰਗਾਈ ਵਧੀ ਦੀ ਜ਼ਿੰਮੇਵਾਰੀ ਵੀ ਲਿਬਰਲ ਪਾਰਟੀ ਦੇ ਸਿਰ ਤੇ ਪੈਂਦੀ ਰਹੀ, ਲਿਬਰਲ ਸਰਕਾਰ ਦੇ ਸਿਰ ਤੇ ਪੈਂਦੀ ਰਹੀ ਵੀ ਇਹੀ ਜ਼ਿੰਮੇਵਾਰ ਆ। ਪਹਿਲਾਂ ਇਹਨਾਂ ਨੇ ਵਾਧੂ ਪੈਸਾ ਵੰਡ ਦਿੱਤਾ ਤੇ ਹੁਣ ਇਹਨਾਂ ਕੋਲੋਂ ਸਾਂਭਿਆ ਨਹੀਂ ਜਾ ਰਿਹਾ। ਜਾਂ ਜਿੱਦਾਂ ਕੰਜ਼ਰਵੇਟਿਵ ਨੇ ਆ ਕੇ ਪ੍ਰਚਾਰ ਕੀਤਾ ਵੀ ਇਹਨਾਂ ਨੇ ਤਾਂ ਦੇਸ਼ ਨੂੰ ਹਿਲਾ ਦਿੱਤਾ, ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਉਹ ਬਾਵਜੂਦ ਉਹ ਸਾਰੇ ਕੁਛ ਪ੍ਰਚਾਰ ਦੇ ਜਸਟਨ ਟਰੂਡੋ ਦੀ ਜਿਹੜੀ ਹਰਮਨ ਪਿਆਰਤਾ ਥੱਲੇ ਨਹੀਂ ਸੀ ਆ ਰਹੀ, ਉਹ ਉੱਥੇ ਦੀ ਉੱਥੇ ਸੀਗੀ। ਖਾਸ ਕਰ ਜਿਹੜੀ ਇੱਕ ਬਾਈ ਇਲੈਕਸ਼ਨ ਵੀ ਹੋਈ ਆ ਉੱਥੇ ontario ਦੇ ਵਿੱਚ, ਉਹਦੇ ਵਿੱਚ ਵੀ ਜਦੋਂ ਲਿਬਰਲ ਜਿੱਤਦੇ ਆ ਤਾਂ ਪੀਅਰ ਪੋਲੀਓ ਉੱਥੇ ਕੰਪੇਨਿੰਗ ਕਰਨੀ ਨਹੀਂ ਗਏ, ਉਹਨਾਂ ਨੂੰ ਡਰ ਸੀ ਵੀ ਅਸੀਂ ਹਾਰ ਜਾਣਾ, ਤੇ ਇਹ ਗਏ ਨਹੀਂ। ਇਹ ਹਾਲਤ ਸੀਗੀ, ਇੰਨਾ ਇਹਨਾਂ ਦਾ ਥੱਲੇ ਸੀ। ਪਰ ਹੌਲੀ ਹੌਲੀ ਕਰਕੇ ਉਹ ਇਸ ਵੇਲੇ ਜਿਹੜੀ ਇਹ ਹੈਗਾ ਕਿ ਲੋਕਾਂ ਦੀ ਜਿਹੜੀ ਚੋਇਸ ਐਜ਼ ਅ ਪ੍ਰਾਈਮ ਮਿਨਿਸਟਰ ਆ, ਉਹਦੇ ਵਿੱਚ ਜਸਟਨ ਟਰੂਡੋ ਨੂੰ ਸਰਪਾਸ ਕਰ ਗਏ ਆ। ਕਈ ਆਲੋਚਨਾਵਾਂ ਲਿਬਰਲ ਦੀਆਂ ਹੁੰਦੀਆਂ ਰਹੀਆਂ, ਕੁਈਨ ਦੇ ਫਿਊਨਲ ਦੇ ਉੱਤੇ ਜਾ ਕੇ ਇੱਕ ਹੋਟਲ ਦਾ $6000 ਰਾਤ ਦਾ ਬਿੱਲ, ਤੇ ਕਿਹੜਾ ਹੋਟਲ ਰਹਿਣਾ, ਤੇ ਅਮਰੀਕਾ ਦੇ ਰਾਸ਼ਟਰਪਤੀ ਨਾਲੋਂ ਵੀ ਜ਼ਿਆਦਾ ਖਰਚਾ ਕਰਨਾ ਉੱਥੇ। ਕਈ ਹੋਰ ਮੁੱਦੇ ਆ ਜਿਨ੍ਹਾਂ ਦੇ ਉੱਤੇ ਇਹਨਾਂ ਦੀ ਕਾਫੀ ਆਲੋਚਨਾ ਹੋਈ ਮਾਨਯੋਗ ਜਸਟਨ ਟਰੂਡੋ ਹੋਰਾਂ ਦੀ। ਕਿਤੇ ਨਾ ਕਿਤੇ ਉਹਦਾ ਅਸਰ ਲੋਕਾਂ ਦੇ ਉੱਤੇ ਪੈ ਰਿਹਾ ਆ। ਕਦੇ ਮਹਿੰਗਾਈ ਦੀ ਗੱਲਬਾਤ ਆਉਂਦੀ ਹੈ ਵੀ ਇਹ ਕਾਬੂ ਕਿਉਂ ਨਹੀਂ ਕਰ ਰਹੇ, ਗ੍ਰੀਡਫਲੇਸ਼ਨ ਦੀ ਗੱਲ ਚੱਲਦੀ ਆ, ਕਦੇ ਘਰਾਂ ਦੀਆਂ ਕੀਮਤਾਂ ਦੀ ਗੱਲ ਚੱਲਦੀ ਆ। ਓਵਰਆਲ ਇਕੋਨਮੀ ਦੇ ਮਾਮਲੇ ਉੱਤੇ ਕੰਜ਼ਰਵੇਟਿਵ ਨੇ ਆ ਕੇ ਕੀ ਉਹ ਜਿੱਤਦੇ ਆ ਅਗਲੀਆਂ ਵੋਟਾਂ ਦੇ ਵਿੱਚ ਕਿ ਨਹੀਂ, ਇਹ ਪਤਾ ਨਹੀਂ। ਜਿੱਤ ਕੇ ਉਹ ਕੁਛ ਕਰਦੇ ਆ ਕਿ ਨਹੀਂ ਪਤਾ ਨਹੀਂ, ਪਰ ਉਹਨਾਂ ਨੇ ਬਹੁਤ ਸਖਤੀ ਦੇ ਨਾਲ ਲਿਬਰਲਸ ਦੀ ਆਲੋਚਨਾ ਜਿਹੜੀ ਕੀਤੀ ਹੈ। ਔਰ ਖਾਸ ਕਰਕੇ ਫੋਰਨ ਇੰਟਰਫੀਰੈਂਸ ਦੇ ਮਾਮਲੇ ਦੇ ਵਿੱਚ ਜੋ ਕੁਛ ਉਹਨਾਂ ਨੇ ਜਿੱਦਾਂ ਕੀਤਾ ਆ ਵੀ ਦੂਜੇ ਦੇਸ਼, ਇੱਥੋਂ ਤੱਕ ਆ ਕੇ ਉਹਨਾਂ ਨੇ ਕਹਿ ਦਿੱਤਾ ਕਿ ਚੀਨ ਆ ਕੇ ਸਿੱਧਾ ਲਿਬਰਲਸ ਦੀ ਮਦਦ ਕਰਕੇ ਇਹਨਾਂ ਨੂੰ ਜਿਤਾਉਂਦਾ ਤੇ ਸਾਡੇ ਕੈਂਡੀਡੇਟਸ ਨੂੰ ਹਰਾਉਂਦਾ ਆ। ਔਰ ਉਹਨਾਂ ਦੀ ਗੱਲਬਾਤ ਇੱਥੋਂ ਤੱਕ ਸਾਹਮਣੇ ਆਈ ਆ ਵੀ ਸਾਨੂੰ ਹਰਾਉਣ ਦੇ ਲਈ ਇੰਨਾ ਕੁਛ ਕੀਤਾ ਗਿਆ ਆ। ਇਹ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਸਵਾਲ ਜਿਹੜੇ ਕਾਫੀ ਉੱਠਣੇ ਸ਼ੁਰੂ ਹੋਏ ਆ, ਤੇ ਦੇਖੋ ਵੋਟਾਂ ਤੱਕ ਤੇ ਕੀ ਬਣਦਾ। ਹਾਲਾਂਕਿ ਬਜਟ ਤੋਂ ਬਾਅਦ ਹੀ ਲੋਕਾਂ ਦਾ ਰੁਝਾਨ ਕਿਸ ਪਾਸੇ ਨੂੰ ਜਾਂਦਾ, ਇਹ ਵੀ ਅਗਲੇ 7-10 ਦਿਨਾਂ ਦੇ ਵਿੱਚ ਇਹਨਾਂ ਦੀ ਰਿਸਰਚ ਤੋਂ ਪਤਾ ਲੱਗ ਜਾਊਗਾ। ਪਰ ਇੱਕ ਵੱਡੀ ਗੱਲਬਾਤ ਆ ਕਿ
ਪੀਅਰ ਪੋਲੀਏਵ ਇਸ ਵੇਲੇ ਨੰਬਰਸ ਦੇ ਵਿੱਚ ਜਸਟਿਨ ਟਰੂਡੋ ਤੋਂ ਅੱਗੇ ਲੰਘ ਚੁੱਕੇ ਆ। ਅਗਲੀ ਗੱਲਬਾਤ ਦੋਸਤੋ ਡੈਟ ਬਾਰੇ ਕਰਨੀ ਹੈ, ਕਰਜ਼ੇ ਬਾਰੇ ਕਰਨੀ ਹੈ ਕਿ ਤੁਹਾਡੇ ਸਿਰ ਦੇ ਉੱਤੇ ਕਿੰਨਾ ਕੁ ਕਰਜ਼ਾ ਆ। ਤੇ ਲੋਕ ਜਿਹੜੇ ਆ ਉਹ ਇਸ ਵੇਲੇ ਸੋਚ ਰਹੇ ਆ, ਘੱਟੋ ਘੱਟ ਆਪਣੇ ਆਪ ਨੂੰ ਦੂਜੇ ਲੋਕਾਂ ਦੇ ਨਾਲ ਫਿਰ ਕੰਪੇਅਰ ਕਰਕੇ ਸੋਚਦੇ ਆ ਵੀ ਕਿੰਨਾ ਕੁ ਕਰਜ਼ਾ ਜਿਹੜਾ ਹੋਣਾ ਚਾਹੀਦਾ। ਹਾਲਾਂਕਿ ਹਰ ਇੱਕ ਵਿਅਕਤੀ ਦਾ ਆਪਣਾ ਇੱਕ ਜੀਵਨ ਆ, ਉਹਦਾ ਆਪਣਾ ਖਰਚੇ ਤੇ ਉਹਦਾ ਆਪਣਾ ਇੱਕ ਸਟਾਈਲ ਆ, ਪਰ ਫਿਰ ਵੀ ਕੈਨੇਡਾ ਦੇ ਵਿੱਚ ਜਿਹੜਾ ਦੱਸਿਆ ਜਾਂਦਾ ਵੀ ਜਿਹੜੀ ਇਹ ਰਿਪੋਰਟ ਇੱਕ ਕੱਢੀ ਆ ਉਹਨਾਂ ਨੇ ਵੀ ਇਹਦੇ ਤੋਂ ਇਹ ਪਤਾ ਲੱਗ ਜਵੇ ਕਿ ਤੁਹਾਨੂੰ ਕਿੰਨਾ ਕੁ ਕਿੰਨੇ ਕੁ ਲੋਕ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੇ ਆ ਤੇ ਉਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਕਿੰਨਾ ਕੁ ਆ, ਇਸ ਗੱਲ ਦਾ ਅੰਦਾਜ਼ਾ ਲੱਗ ਜਵੇ। ਇਹ ਲਾਉਣ ਦੇ ਲਈ ਜਿਹੜੀ ਗੱਲਬਾਤ ਸਾਹਮਣੇ ਆਈ ਆ ਕਿ ਜਿਹੜੀ ਮੌਰਗੇਜ, ਤੁਹਾਡੀ ਕਾਰ ਪੇਮੈਂਟ, ਤੁਹਾਡੀ ਕ੍ਰੈਡਿਟ ਕਾਰਡ ਦਾ ਬੈਲੈਂਸ, ਤੁਹਾਡਾ ਸਟੂਡੈਂਟ ਲੋਨ, ਸਾਰੀਆਂ ਲਾਇਬਿਲਿਟੀਜ਼ ਤੁਹਾਡੇ ਟੋਟਲ ਕਰਜ਼ੇ ਦੇ ਵੱਲ ਆਉਂਦੀਆਂ ਤੇ ਉਹ ਰਲਾ ਕੇ ਤੁਹਾਡੇ ਸਿਰ ਕਿੰਨਾ ਕਰਜ਼ਾ ਇਹ ਪਤਾ ਲੱਗਦਾ ਆ। ਤੇ ਹੁਣ ਹਰ ਇੱਕ ਜਿਹੜੇ ਇਹ ਮਾਹਰ ਨੇ ਉਹ ਤੁਹਾਨੂੰ ਦੱਸ ਦਿੰਦੇ ਵੀ ਇੰਨੀ ਕੁ ਉਮਰ ਦੇ ਉੱਤੇ ਤੁਹਾਨੂੰ ਇੰਨਾ ਕੁ ਕਰਜ਼ਾ ਚਾਹੀਦਾ, ਜਾਂ ਕਿੰਨੀ ਉਮਰ ਦੇ ਵਿੱਚ ਕਿੰਨਾ ਕੁ ਕਰਜ਼ਾ ਤੁਹਾਡੇ ਸਿਰ ਦੇ ਉੱਤੇ ਹੋਣਾ ਚਾਹੀਦਾ ਜਾਂ ਜਿਹੜਾ ਠੀਕ ਆ। ਆਊਟਲਾਈਨ ਜਿਹੜੀ ਇਹਦੀ ਐਵਰੇਜ ਦੇ ਹਿਸਾਬ ਨਾਲ ਇਹਨਾਂ ਨੇ ਕੱਢੀ ਆ ਕੈਨੇਡਾ ਦੇ ਵਿੱਚ, ਤੇ ਫਿਰ ਦੇਖਿਆ ਵੀ ਜਿਹੜਾ ਉਹਨਾਂ ਦੇ ਫਿਗਰਸ ਨੂੰ ਕੰਪੇਅਰ ਕੀਤਾ ਵੀ ਉਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਕਿੰਨਾ ਕੁ। ਸੋ ਐਵਰੇਜ ਏਜ ਗਰੁੱਪ ਦੇ ਹਿਸਾਬ ਨਾਲ ਜਦੋਂ ਦੇਖਦੇ ਹਾਂ ਕਿ ਇਹ ਸਮਝਣਾ ਪੈਂਦਾ ਕਿ ਜਿਹੜਾ ਇਹ ਕਰਜ਼ਾ ਆ ਇਹ ਨੋਰਮਲ ਆ। ਬਹੁਤ ਘੱਟ ਕੈਨੇਡੀਅਨ ਆ ਜਿਹੜੇ 100% ਕਰਜ਼ਾ ਮੁਕਤ ਨੇ, ਵੀ ਜਿਨ੍ਹਾਂ ਦੇ ਸਿਰ ਤੇ ਕੋਈ ਵੀ ਕਰਜ਼ਾ ਨਹੀਂ ਹੈ। ਜਿਨ੍ਹਾਂ ਦਾ ਕ੍ਰੈਡਿਟ ਸਕੋਰ ਬਿਲਕੁਲ ਪਰਫੈਕਟ ਦੇ ਨੇੜੇ ਆ, ਉਹਨਾਂ ਦੇ ਸਿਰ ਤੇ ਵੀ ਜਾਂ ਕੋਈ ਕਾਰ ਦੀ ਕਿਸ਼ਤ ਜਾਂਦੀ ਆ ਜਾਂ ਸਟੂਡੈਂਟ ਲੋਨ ਜਾਂਦਾ ਜਿਹੜਾ ਉਹ ਪੇ ਕਰ ਰਹੇ ਆ। ਇਹ ਜਿਹੜੀਆਂ ਮੈਟ੍ਰਿਕਸ ਨੇ ਇਹਨਾਂ ਨੂੰ ਸਟੈਟਿਸਟਿਕਸ ਕੈਨੇਡਾ ਨੇ ਸੈਂਸਸ ਸਰਵੇ ਦੇ ਵਿੱਚ ਵੀ ਸਟੱਡੀ ਕੀਤਾ ਸੀ। ਐਵਰੇਜ ਕਰਜ਼ਾ ਉਮਰ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਕਿੰਨਾ ਹੈਗਾ, ਇਹਦਾ ਡਾਟਾ ਜਿਹੜਾ ਜਦੋਂ ਸਾਹਮਣੇ ਆਉਂਦਾ, ਜਿਹੜੇ 35 ਸਾਲ ਤੋਂ ਥੱਲੇ ਲੋਕ ਨੇ ਉਹਦੇ ਉੱਤੇ ਲਗਭਗ $69,500 ਦਾ ਕਰਜ਼ਾ ਐਵਰੇਜ ਦੱਸਿਆ ਜਾ ਰਿਹਾ। ਜਿਹਦੀ ਉਮਰ 35 ਤੋਂ 44 ਸਾਲਾਂ ਦੇ ਵਿੱਚ ਆ ਉਹਦੇ ਤੇ ਐਵਰੇਜ ਕੈਨੇਡਾ ਦੇ ਵਿੱਚ $1,05,000 ਦਾ ਕਰਜ਼ਾ ਆ। ਜਿਹੜੇ 45 ਤੋਂ 54 ਸਾਲ ਆ ਉਹਨਾਂ ਦੇ ਉੱਤੇ $1,30,000 ਦਾ ਐਵਰੇਜ ਖਰਚਾ ਆ, ਤੇ 55 ਤੋਂ 64 ਵਾਲਿਆਂ ਦੇ ਉੱਤੇ $80,000 ਜਿਹੜਾ ਕਰਜ਼ਾ ਆ, ਤੇ 65 ਸਾਲਾਂ ਤੋਂ ਉੱਪਰ ਵਾਲਿਆਂ ਦੇ ਉੱਤੇ $50,000 ਦਾ ਕਰਜ਼ਾ ਦੱਸਿਆ ਜਾ ਰਿਹਾ। ਹੁਣ ਜਿਹੜਾ ਡਾਟਾ ਇਹ ਅਪਲਾਈ ਹੁੰਦਾ ਆ ਇੱਕ ਪਰਿਵਾਰ ਦੇ ਉੱਤੇ, ਜਿਹੜੀਆਂ ਇਕਨੋਮਿਕ ਫੈਮਲੀਜ਼ ਦੇ ਨੰਬਰ ਆ ਉਹ ਡਿਫਰ ਕਰਦੇ ਆ ਵੀ ਮੈਰਿਡ ਆ ਕਿੱਦਾਂ ਆ। ਹੁਣ ਇਹਨੂੰ ਜਦੋਂ ਇਹ ਕਰਜ਼ਾ ਉਹ ਗਿਣਦੇ ਆ ਤੇ ਇਸ ਕਰਜ਼ੇ ਦੇ ਵਿੱਚ ਮੌਰਗੇਜ ਵੀ ਆ, ਇਸ ਕਰਜ਼ੇ ਦੇ ਵਿੱਚ ਤੁਹਾਡੀ ਲਾਈਨ ਆਫ ਕ੍ਰੈਡਿਟ ਵੀ ਆ, ਕਰਜ਼ੇ ਦੇ ਵਿੱਚ ਕ੍ਰੈਡਿਟ ਤੇ ਕ੍ਰੈਡਿਟ ਕਾਰਡ ਦਾ ਡੈਟ ਵੀ ਆ, ਇਹਦੇ ਵਿੱਚ ਸਟੂਡੈਂਟ ਲੋਨ ਵੀ ਆ, ਵਹੀਕਲ ਲੋਨ ਵੀ ਆ, ਤੇ ਦੂਜੇ ਵੀ ਆ ਜਿਹੜੇ ਉੱਪਰਲੀ ਕਿਸੇ ਕੈਟਾਗਰੀ 'ਚ ਨਹੀਂ ਆਉਂਦੇ, ਉਹ ਵੀ ਇਹਦੇ ਵਿੱਚ ਗਿਣੇ ਜਾਂਦੇ ਆ। ਹੁਣ ਮੀਡੀਅਨ ਡੈਟ ਜਿਹੜਾ ਏਜ ਗਰੁੱਪ ਦੇ ਰਾਹੀਂ ਕੱਢਿਆ ਜਾਂਦਾ। ਹੁਣ ਜਦੋਂ ਅਸੀਂ ਐਵਰੇਜ ਦੇਖਦੇ ਹਾਂ, ਇਹ ਜਿਹੜੇ ਅੰਕੜਾ ਵਿਗਿਆਨੀ ਨੇ ਦੋ ਟਰਮਸ ਦੱਸਦੇ ਨੇ, ਇੱਕ ਐਵਰੇਜ ਤੇ ਇੱਕ ਮੀਡੀਅਨ। ਹੁਣ ਜਦੋਂ ਐਵਰੇਜ ਦੇਖਦੇ ਆ ਤਾਂ ਉਹਦੇ ਨਾਲ ਇੱਕ ਓਵਰਵਿਊ ਤਾਂ ਮਿਲ ਜਾਂਦਾ ਡਾਟੇ ਦਾ, ਪਰ ਇਹ ਐਵਰੇਜ ਜਿਹੜੀ ਆ ਬਦਲ ਜਾਂਦੀ ਆ, ਖਾਸ ਕਰ ਕੁਝ ਜਦੋਂ ਕੋਈ ਬਹੁਤ ਵੱਡਾ ਟੈਕਸ ਪੇਅਰ ਵਿੱਚ ਅਲਟਰਾ ਵੈਲਦੀ ਟੈਕਸ ਪੇਅਰ ਆ ਜਾਵੇ, ਵੀ ਹੁਣ ਇੱਕ ਬੰਦੇ ਦੀ ਸਾਲ ਦੀ ਬਿਲੀਅਨ ਦੇ ਵਿੱਚ ਕਮਾਈ ਆ ਤੇ ਇੱਕ ਬੰਦੇ ਦੀ ਸਿਰਫ $1000 ਦੇ ਵਿੱਚ ਆ, ਪਰ ਰਲਾ ਕੇ ਕੱਢੀ ਉਹਦੀ ਐਵਰੇਜ ਹੀ ਜਾਂਦੀ ਆ। ਜਦੋਂ ਐਵਰੇਜ ਕੈਲਕੂਲੇਟ ਕੀਤੀ ਜਾਂਦੀ ਆ ਤਾਂ ਉਹਦੇ ਨਾਲ ਵੈਲਿਊ ਸਾਰੀ ਇਕੱਠੀ ਕਰਕੇ ਉਹਨੂੰ ਫਿਰ ਡਿਵਾਈਡ ਕਰ ਦਿੰਦੇ ਆ ਟੋਟਲ ਨੰਬਰ ਆਫ ਵੈਲਿਊਜ਼ ਦੇ ਨਾਲ, ਜਿਹਦੇ ਨਾਲ ਅਸੀਂ ਐਵਰੇਜ ਕੱਢ ਲੈਂਦੇ ਹਾਂ, ਜਿੱਦਾਂ ਅਸੀਂ ਐਵਰੇਜ ਕੱਢਦੇ ਹੀ ਆ। ਪਰ ਹੁਣ ਇਹਦੇ ਨਾਲ ਇੱਕ ਹੋਰ ਤਰੀਕਾ ਉਹ ਦੱਸਦੇ ਆ ਕਿ ਇਹਦੇ 'ਚ ਸ਼ਾਇਦ ਤੁਹਾਨੂੰ ਭੁਲੇਖਾ ਲੱਗ ਸਕਦਾ, ਮੀਡੀਅਨ ਜਿਹੜਾ ਮਿਡਲ ਵੈਲਿਊ ਆ ਉਸ ਡਾਟਾ ਸੈੱਟ ਦੀ, ਉਹਨੂੰ ਮਤਲਬ ਅਰੇਂਜ ਕੀਤਾ ਜਾਂਦਾ ਆਰਡਰ ਦੇ ਵਿੱਚ। ਉਹਨੂੰ ਫਿਰ ਜਿਹੜੇ ਜ਼ਿਆਦਾ ਐਕੂਰੇਟ ਜਿਹੜੀ ਚੀਜ਼ ਆ ਉਹ ਤੁਹਾਡੇ ਸਾਹਮਣੇ ਆ ਜਾਂਦੀ ਆ। ਜਦੋਂ ਮੀਡੀਅਨ ਕੱਢਿਆ ਗਿਆ ਤਾਂ ਉਹਦੇ ਹਿਸਾਬ ਦੇ ਨਾਲ 35 ਸਾਲਾਂ ਤੋਂ ਥੱਲੇ 19,000 ਕਰਜ਼ਾ, 35 ਤੋਂ 44 ਦੇ ਜਿਹੜਾ 35,000, 45 ਤੋਂ 54 ਦੇ ਉਮਰ ਵਾਲਿਆਂ ਦੇ ਉੱਤੇ 55,000 ਦਾ, 55 ਤੋਂ 64 ਵਾਲਿਆਂ ਦੇ ਉੱਤੇ 30,000 ਦਾ, ਤੇ ਜਿਹੜਾ 65 ਸਾਲ ਤੋਂ ਉੱਤੇ ਉਹਦੇ 10,000 ਦਾ ਇੱਕ ਮੀਡੀਅਨ ਕੈਨੇਡੀਅਨ ਦੇ ਕੋਲ ਕਰਜ਼ਾ ਦੱਸਿਆ ਜਾ ਰਿਹਾ ਆ। ਸੋ ਐਵਰੇਜ ਮੰਥਲੀ ਸਪੈਂਡਿੰਗ ਜਿਹੜੇ ਇੱਕ ਕ੍ਰੈਡਿਟ ਕਾਰਡ ਦੇ ਉੱਤੇ ਆ ਉਹ ਪਿਛਲੇ ਸਮੇਂ ਦੇ ਵਿੱਚ 17% ਵੱਧ ਗਈ ਆ 2022 ਦੇ ਇਸ ਕੁਆਰਟਰ ਦੇ ਵਿੱਚ ਪਹਿਲੇ ਸਾਲਾਂ ਦੇ ਮੁਕਾਬਲੇ। ਇਹ ਚਿੰਤਾ ਵਾਲੀ ਗੱਲ ਆ ਇੱਕ ਕਿ ਲੋਕ ਕ੍ਰੈਡਿਟ ਕਾਰਡ ਦੇ ਉੱਤੇ ਜ਼ਿਆਦਾ ਖਰੀਦਣ ਲੱਗ ਪਏ ਆ, ਕਿਉਂਕਿ ਉਹਨਾਂ ਦੇ ਕੋਲੇ ਪੈਸਾ ਜਿਹੜਾ ਬੈਲੈਂਸ ਬਚਿਆ ਸੀ ਉਹ ਹੈ ਨਹੀਂ। ਕਾਰਨ ਕਈ ਨੇ ਇਹਦੇ, ਕਿਉਂ ਲੋਕਾਂ ਦੇ ਸਿਰ ਇੰਨਾ ਕਰਜ਼ਾ ਹੋਇਆ ਜਾਂ ਕ੍ਰੈਡਿਟ ਕਾਰਡ ਕਿਉਂ ਲੋਕਾਂ ਨੇ ਜ਼ਿਆਦਾ ਯੂਜ਼ ਕਰਨੇ ਸ਼ੁਰੂ ਕਰ ਦਿੱਤੇ। ਇੱਕ ਤਾਂ ਉਹ ਕਹਿੰਦੇ ਵੀ ਮਹਿੰਗਾਈ ਆ, ਮਹਿੰਗਾਈ ਆਮ ਨਾਲੋਂ ਹਜੇ ਵੀ ਜ਼ਿਆਦਾ ਦੱਸੀ ਜਾ ਰਹੀ ਆ।
ਔਰ ਵੱਡਾ ਕਾਰਨ ਆ ਇਹ ਲੋਕਾਂ ਦੇ ਜਿਹੜੇ ਹਿਸਾਬ ਕਿਤਾਬ ਗੜਬੜ ਹੋਇਆ ਉਹਦੇ ਉੱਤੇ। ਦੂਜਾ, ਲੋਕਾਂ ਨੇ ਟਰੈਵਲ ਕਰਨਾ ਜ਼ਿਆਦਾ ਸ਼ੁਰੂ ਕਰ ਦਿੱਤਾ। ਜਦੋਂ ਕੋਵਿਡ ਖਤਮ ਹੋਇਆ, ਲੋਕ ਬਾਹਰ ਚਲੇ ਗਏ, ਟਰੈਵਲ ਕਰਨਗੇ, ਖਰਚਾ ਹੋਊਗਾ ਤੇ ਕਰਜ਼ਾ ਸਿਰ ਤੇ ਚੜੂਗਾ। ਤੀਜਾ, ਉਹ ਕਹਿੰਦੇ ਇੰਟਰਸਟ ਰੇਟ ਵੱਧ ਗਏ, ਵਿਆਜ ਦਰਾਂ ਇੰਨੀਆਂ ਵੱਧ ਗਈਆਂ, ਉਧਰੋਂ ਇਨਫਲੇਸ਼ਨ ਸੀਗੀ ਤੇ ਉਹਦੇ ਨਾਲ ਵਿਆਜ ਦਰਾਂ ਵੱਧ ਗਈਆਂ ਤੇ ਲੋਕਾਂ ਕੋਲੋਂ ਉਹ ਜਿਹੜੇ ਵਿਆਜ ਸੀ ਉਹੀ ਨਹੀਂ ਦਿੱਤਾ ਜਾਂਦਾ। ਕ੍ਰੈਡਿਟ ਕਾਰਡ ਕੰਪਨੀਆਂ ਨੇ ਜਿਹੜੇ ਉਹ ਵੀ ਫਿਰ ਵਧਣੇ ਹੀ ਸੀਗੇ ਤੇ ਉਹ ਸਾਰਾ ਕੁਝ ਅਸਰ ਲੋਕਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ। ਫਿਰ ਹੁਣ ਜਿਹੜੇ ਉਹ ਦੱਸਿਆ ਜਾ ਰਿਹਾ ਕਿ ਤੁਹਾਨੂੰ ਥੋੜ੍ਹੀ ਜਿਹੀ ਪਲਾਨ ਕਰਨਾ ਪਊਗਾ ਤੇ ਬਾਕੀ ਤੁਹਾਨੂੰ ਕੈਨੇਡਾ ਦੇ ਹਿਸਾਬ ਦੇ ਨਾਲ ਦੇਖਣਾ ਪਊਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਿੱਥੇ ਤੁਸੀਂ ਕਿਹੜੇ ਗਰੁੱਪ ਦੇ ਵਿੱਚ ਆਉਂਦੇ ਹੋ ਤੇ ਕਿੰਨਾ ਕੁ ਤੁਹਾਡੇ ਸਿਰ ਦੇ ਉੱਤੇ ਕਰਜ਼ਾ ਹੈਗਾ, ਤਾਂ ਕਿ ਤੁਹਾਨੂੰ ਅੰਦਾਜ਼ਾ ਲੱਗ ਸਕੇ ਕਿ ਬਾਕੀ ਕੈਨੇਡਾ ਦੇ ਲੋਕਾਂ ਦੀ ਕੀ ਹਾਲਤ ਆ। ਅਗਲੀ ਗੱਲਬਾਤ ਦੋਸਤੋ, ਕੈਨੇਡਾ ਦੀ ਇਕੋਨਮੀ ਤੇ ਜਿਹੜੀ ਗਰੋਸਰੀ ਆ, ਇਹ ਸਾਰੇ ਕੁਛ ਦੇ ਉੱਤੇ ਕੱਲ੍ਹ ਆਪਾਂ ਗੱਲਬਾਤ ਤੁਹਾਡੇ ਨਾਲ ਕੀਤੀ ਸੀ। ਫੈਡਰਲ ਬਜਟ ਜਦੋਂ ਆਇਆ ਸੀ ਉਹਦੇ ਵਿੱਚੋਂ ਇਹ ਗੱਲਬਾਤ ਆਈ ਸੀ ਵੀ ਸਰਕਾਰ ਨੇ ਮਦਦ ਕਰਨੀ ਆ ਤੁਹਾਡੀ ਗਰੋਸਰੀ ਲੈਣ ਦੇ ਵਿੱਚ, ਤੇ 2023 ਦਾ ਜਿਹੜਾ ਬਜਟ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਕਿੰਨੀ ਕੁ ਗਰੋਸਰੀ ਦੇ ਵਿੱਚ ਤੁਹਾਡੀ ਮਦਦ ਕਰਨਗੇ। ਇਹ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਈਆਂ ਸੀ। ਲੋਕਾਂ ਦੇ ਸਵਾਲ ਨੇ ਕਿ ਕਿੰਨੇ ਪੈਸੇ ਮਿਲਣੇ ਆ, ਸਾਨੂੰ ਸਿੱਧਾ ਦੱਸਿਆ ਜਾਵੇ ਡਾਲਰ ਮਿਲਣੇ ਕਿੰਨੇ ਆ ਤੇ ਕਿਹਨੂੰ ਮਿਲਣੇ ਆ। ਇਹਦੇ ਵਿੱਚ ਇੱਕ ਤਾਂ ਜਿਹੜੇ ਲੋ ਇਨਕਮ 'ਚ ਆਉਂਦੇ ਆ, ਜੇ ਤੁਸੀਂ ਲੋ ਇਨਕਮ 'ਚ ਆ ਤਾਂ ਤੁਹਾਨੂੰ ਇਹ ਪੈਸੇ ਮਿਲਣਗੇ, ਤੁਹਾਡੇ GST ਦੇ ਹਿਸਾਬ ਜਿਹੜੇ ਘਰ ਦੇ ਵਿੱਚ ਉਹ ਚੈੱਕ ਆ ਜਾਊਗਾ। ਦੂਜਾ, ਜਿਹੜੇ ਮਿਡਲ ਇਨਕਮ ਵਾਲੇ ਕੈਨੇਡੀਅਨਸ ਨੇ ਉਹਨਾਂ ਨੂੰ ਵੀ ਮਿਲੂਗਾ। ਹੁਣ ਇਹ ਡਿਜ਼ਾਈਨ ਕੀਤੀ ਗਈ ਆ ਇਸ ਤਰੀਕੇ ਦੇ ਨਾਲ ਸਰਕਾਰ ਨੇ ਮਦਦ ਕਰਨ ਦੇ ਲਈ ਵੀ ਜਿਹੜੀ ਮਹਿੰਗਾਈ ਖਾਣੇ ਦੀਆਂ ਚੀਜ਼ਾਂ ਦੇ ਵਿੱਚ ਵਧੀ ਆ, ਫੂਡ ਇਨਫਲੇਸ਼ਨ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੇਖਿਆ ਜਾਵੇ ਤੇ ਉਹਦੇ ਲਈ ਕੁਝ ਕੀਤਾ ਜਾਵੇ। ਜਿਹੜੇ ਵਲਨੈਰੇਬਲਸ ਨੇ, ਮਤਲਬ ਜਿਹੜੇ ਐਨ ਸਿਰੇ ਦੇ ਉੱਤੇ ਆ, ਜਿਨ੍ਹਾਂ ਦਾ ਜਿਹੜੇ ਤਾਂ ਸਰਦੇ ਪੁੱਜਦੇ ਆ, ਜਿਨ੍ਹਾਂ ਕੋਲੇ ਪੈਸਾ ਹੈਗਾ ਉਹਨਾਂ ਨੂੰ ਕੋਈ ਫਰਕ ਨਹੀਂ, ਪਰ ਕੁਝ ਹੁੰਦੇ ਆ ਜਿਹੜੇ ਖਤਰੇ ਦੇ ਵਿੱਚ ਆ ਜਾਂਦੇ ਆ ਇਸ ਮਹਿੰਗਾਈ ਦੇ ਨਾਲ, ਉਹਨਾਂ ਦਾ ਸਾਰਾ ਬਜਟ ਹਿੱਲ ਜਾਂਦਾ। ਜਿਹੜੇ ਮਿਨਿਸਟਰ ਆਫ ਫਾਈਨੈਂਸਿਸ ਨੇ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਇਹ ਗੱਲਬਾਤ ਕਹੀ ਆ ਕਿ ਅਸੀਂ ਜਦੋਂ ਪਰ ਕੱਲ੍ਹ ਕੇ ਉਹਨਾਂ ਨੇ 28 ਮਾਰਚ ਨੂੰ ਜਦੋਂ ਬਜਟ ਰੱਖਿਆ ਸੀਗਾ ਕਿ ਜਿਹੜਾ ਬਜਟ ਆ ਇਹਦੇ ਵਿੱਚ ਅਸੀਂ ਟਾਰਗੇਟਡ ਟੈਂਪਰੇਰੀ ਰਿਲੀਫ ਦੇ ਰਹੇ ਹਾਂ ਇਨਫਲੇਸ਼ਨ ਤੋਂ ਉਹਨਾਂ ਨੂੰ ਜਿਨ੍ਹਾਂ ਨੂੰ ਇਹਦੀ ਲੋੜ ਆ। ਸੋ ਇਹਦੇ ਵਿੱਚ ਹੀ ਸਾਰੀ ਗੱਲਬਾਤ ਕਲੀਅਰ ਹੋ ਜਾਂਦੀ ਵੀ ਕਿਹਨਾਂ ਨੂੰ ਪੈਸੇ ਮਿਲਣੇ ਆ ਤੇ ਕਿੰਨੇ ਡਾਲਰ ਮਿਲਣੇ ਆ। ਹੁਣ ਹੈਗਾ ਵੀ ਇਹ ਕੰਮ ਕਿੱਦਾਂ ਕਰੂਗਾ। ਗਰੋਸਰੀ ਰਿਬੇਟ ਤਾਂ ਮਿਲਣਾ ਆ, ਇਹ ਤਾਂ ਸਰਕਾਰ ਨੇ ਕਹਿ ਦਿੱਤਾ ਵੀ ਮਹਿੰਗਾਈ ਵਧੀ ਆ, ਤੁਹਾਡੇ ਬਦਲ ਗਏ ਆ, ਜਿਹੜੇ ਖਰਚੇ ਵਧੇ ਆ, ਇਹਨੂੰ ਅਸੀਂ ਖਰਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਉਹ ਦੇਣੇ ਕਿੱਦਾਂ ਆ? ਬਜਟ ਦੇ ਹਿਸਾਬ ਦੇ ਨਾਲ ਜਿਹੜੀ GST ਜਾਂ HST ਰਿਬੇਟ ਸਿਸਟਮ ਆ ਉਹਦੇ ਤਹਿਤ ਤੁਹਾਨੂੰ ਪੈਸੇ ਮਿਲਣੇ ਆ। ਜਦੋਂ ਇਹ ਹੋ ਗਿਆ ਇੰਪਲੀਮੈਂਟ ਹਾਊਸ ਆਫ ਕਾਮਨਸ ਦੇ ਵਿੱਚ, ਤਾਂ ਇਹਨੇ ਜਿਹੜੀ GST ਰਿਬੇਟ ਆ ਉਹਨੂੰ ਉਹਦੇ ਵਿੱਚ ਇਹ ਆ ਜਾਣੇ ਆ। ਜਿਹੜੇ ਹਾਲਾਂਕਿ ਡੇਟ ਇਹ ਪੇਮੈਂਟ ਦੀ ਕੋਈ ਨਹੀਂ ਦੱਸੀ ਵੀ ਭਾਈ ਇੰਨੀ ਅਪ੍ਰੈਲ ਨੂੰ ਆ ਜਾਣੇ ਜਾਂ ਇੰਨੀ ਮਈ ਨੂੰ ਆ ਜਾਣੇ ਆ, ਅਨਾਊਂਸ ਨਹੀਂ ਕੀਤੀ। ਪਰ ਜਿਹੜੀ ਆਉਣ ਵਾਲੀ ਹੁਣ GST HST ਕ੍ਰੈਡਿਟ ਤੁਹਾਨੂੰ ਮਿਲਣਗੇ, ਪੇਮੈਂਟ ਆਊਗੀ 2023 ਦੀ ਅਪ੍ਰੈਲ 5, ਜੁਲਾਈ 5, ਅਕਤੂਬਰ 5, ਕਿਉਂਕਿ ਰਿਬੇਟ ਆਟੋਮੈਟਿਕਲੀ ਉਹਦੇ ਵਿੱਚ ਆਪਣੇ ਆਪ ਹੀ ਉਸ GST ਕ੍ਰੈਡਿਟ ਦੇ ਵਿੱਚ ਚਲੇ ਜਾਣਾ ਜੇ ਤੁਸੀਂ ਐਲੀਜੀਬਲ ਆ ਤਾਂ। ਹੁਣ ਦੂਜੀ ਗੱਲ ਆ ਵੀ ਤੁਹਾਨੂੰ ਕਰਨਾ ਕੁਛ ਨਹੀਂ ਪੈਣਾ। ਜਿਹੜੇ ਵੀ ਐਲੀਜੀਬਲ ਕੈਨੇਡੀਅਨਸ ਹੈਗੇ ਆ ਉਹਨਾਂ ਨੂੰ ਕੋਈ ਹੋਰ ਖਾਸ ਕੋਈ ਫਾਰਮ ਨਹੀਂ ਭਰਨਾ ਪੈਣਾ, ਕੁਛ ਨਹੀਂ ਕਰਨਾ ਪੈਣਾ। ਤੁਸੀਂ ਸਿਰਫ ਆਪਣੀ ਟੈਕਸ ਰਿਟਰਨ ਫਾਈਲ ਕਰਨੀ ਹੈ ਤੇ ਤੁਹਾਨੂੰ ਜਿਹੜੀ ਇਹ ਪੇਮੈਂਟ ਮਿਲ ਜਾਣੀ ਹੈ। ਤੇ ਤੁਹਾਡੀ ਟੈਕਸ ਰਿਟਰਨ ਤੋਂ ਉਹਨਾਂ ਨੇ ਹਿਸਾਬ ਲਾ ਲੈਣਾ ਵੀ ਇਹਨਾਂ ਨੂੰ ਪੈਸੇ ਚਾਹੀਦੇ ਆ, ਗਰੀਬ ਆ, ਵਿਚਕਾਰਲੇ ਆ ਜਾਂ ਅਮੀਰ ਨੇ। ਦੂਜੀ ਗੱਲਬਾਤ, ਮਿਲਣਗੇ ਕਿਹਨੂੰ? ਹੁਣ ਗਰੋਸਰੀ ਰਿਬੇਟ 11 ਮਿਲੀਅਨ ਲੋ ਤੋਂ ਲੈ ਕੇ ਜਿਹੜੇ ਵਿਚਕਾਰਲੀ ਇਨਕਮ ਵਾਲੇ ਕੈਨੇਡੀਅਨਸ ਨੇ ਉਹਨਾਂ ਨੂੰ ਮਿਲਣੀ। 11 ਮਿਲੀਅਨ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਇੱਕ ਅੰਦਾਜ਼ੇ ਦੇ ਮੁਤਾਬਕ। ਜਿਹੜੇ ਐਲੀਜੀਬਲ ਕੈਨੇਡੀਅਨਸ ਨੇ ਮਿਲਣੀ ਕਿੰਨੀ ਆ? 2 ਬੱਚੇ ਜਿਨ੍ਹਾਂ ਦੇ ਤੇ 2 ਜਣੇ ਉਹ ਆਪ ਨੇ ਤੇ $467 ਉਹਨਾਂ ਨੂੰ ਮਿਲ ਜਾਣੇ ਆ। ਜਿਹੜੇ ਇੱਕ ਸਿੰਗਲ ਆ ਕੋਈ ਵਿਅਕਤੀ ਤੇ ਉਹਦੇ ਕੋਈ ਬੱਚਾ ਨਹੀਂ ਆ, ਉਹਨੂੰ $234 ਮਿਲਣੇ ਆ। ਤੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ $225 ਐਵਰੇਜ ਮਿਲ ਜਾਣੇ ਆ। ਹੁਣ ਬਜਟ ਦੇ ਵਿੱਚ ਇਹ ਪਿਨ ਪੁਆਇੰਟ ਨਹੀਂ ਕੀਤਾ ਗਿਆ ਕਿ ਐਲੀਜੀਬਿਲਟੀ ਬ੍ਰੈਕਟ ਕਿਹੜੀ ਹੈ ਇਨਕਮ ਦੇ ਹਿਸਾਬ ਨਾਲ, ਵੀ ਇੰਨੇ 90,000 ਵਾਲਿਆਂ ਨੂੰ ਰੱਖਿਆ ਜਾਂ ਲੱਖ ਵਾਲਿਆਂ ਨੂੰ ਰੱਖਿਆ ਜਾਂ 20,000 ਵਾਲਿਆਂ ਨੂੰ ਰੱਖਿਆ, ਇਹ ਕੁਛ ਨਹੀਂ ਦੱਸਿਆ ਉਹਦੇ ਵਿੱਚ। ਪਰ ਇੱਕ ਆਊਟਲਾਈਨ ਹਾਈਪੋਥੈਟੀਕਲ ਜੀ ਸਿਨੈਰੀਓ ਦੱਸਿਆ ਜਿੱਥੇ ਇੱਕ ਬੰਦਾ ਮਤਲਬ ਜਿਹੜਾ 38,000 ਅਰਨ ਕਰਦਾ ਆ ਸਾਲ ਦਾ, ਉਹਦੀ ਇਨਕਮ 38,000 ਹੈਗੀ ਆ, ਤੇ ਜਾਂ ਜਿਹੜਾ ਇਨਕਮ ਜਿਹਦੀ $32,000 ਹੈਗੀ ਆ, ਇਹਨਾਂ ਦੋਹਾਂ ਨੂੰ ਹੀ ਮੈਕਸੀਮਮ ਰਿਬੇਟ ਮਿਲ ਜਾਣੀ ਹੈ। ਰਿਬੇਟ ਕਿਉਂਕਿ GST HST ਕ੍ਰੈਡਿਟ ਦੇ ਵਿੱਚ ਆਉਣੀ ਆ, ਇਸ ਕਰਕੇ ਇਹਦਾ ਕੁਛ ਜਿਹੜੀ ਆ ਇਨਸਾਈਟ ਇਹਦੇ ਵਿੱਚੋਂ ਮਿਲ ਜਾਊਗੀ ਕਿ ਮੈਕਸੀਮਮ ਗਰੋਸਰੀ ਰਿਬੇਟ ਕਿਹਨੂੰ ਮਿਲ ਜਾਊਗੀ। GST ਬੈਨੀਫਿਟ ਆਮ ਤੌਰ ਦੇ ਉੱਤੇ ਜਿੱਦਾਂ ਉਹ
ਜਿਹੜਾ GST ਬੈਨੀਫਿਟ ਤੁਹਾਨੂੰ ਆਉਂਦਾ ਉਹ ਘਟਦਾ ਜਾਂਦਾ ਜਿੱਦਾਂ ਜਿੱਦਾਂ ਤੁਹਾਡੀ ਇਨਕਮ ਵੱਧਦੀ ਜਾਂਦੀ ਆ। ਤੇ ਇਹ ਬਿਲਕੁਲ ਫੇਜ਼ ਆਊਟ ਹੋ ਜਾਂਦਾ ਜਦੋਂ ਤੁਹਾਡੀ ਇਨਕਮ 49,000 ਦੇ ਉੱਤੇ ਪਹੁੰਚ ਜਾਂਦੀ ਇੱਕ ਬੰਦੇ ਦੀ ਸਿੰਗਲ ਦੀ, ਤੇ 50,000 ਕਪਲ ਦੀ ਜਿਹੜੀ ਬਿਨਾਂ ਬੱਚਿਆਂ ਤੋਂ, ਤੇ 60,000 ਜਿਹੜੀ ਹੈ ਇੱਕ ਕਪਲ ਜਿਹਦੇ 4 ਬੱਚੇ ਜਿਹੜੇ ਹੁੰਦੇ ਆ ਉਹਦੇ ਨਾਲ। ਹੁਣ ਇੱਥੋਂ ਅੰਦਾਜ਼ਾ ਲੱਗ ਸਕਦਾ ਵੀ ਜੇ ਉੱਥੇ ਜਾ ਕੇ ਸਾਰੀ ਖਤਮ ਹੋ ਜਾਂਦੀ ਤੇ ਇਹ ਵੀ ਬਹੁਤਾ ਵੱਡਾ ਫਾਇਦਾ ਉਹਨਾਂ ਨੂੰ ਨਹੀਂ ਹੋਣਾ। ਹੁਣ ਕੋਸਟ ਕੀ ਆ ਵੀ ਇੱਕ ਪਰਿਵਾਰ 4 ਜਣਿਆਂ ਦੀ ਕੈਨੇਡਾ ਦੇ ਵਿੱਚ ਐਵਰੇਜ ਫੈਮਿਲੀ ਜਿਹਦੇ ਵਿੱਚ 4 ਜਣੇ ਆ ਉਹ ਲਗਭਗ $16,288 ਖਾਣ ਪੀਣ ਦੇ ਉੱਤੇ, ਗਰੋਸਰੀ ਦੇ ਉੱਤੇ ਇੱਕ ਸਾਲ ਦੇ ਵਿੱਚ ਖਰਚ ਕਰਦਾ ਹੈ। ਜਿਹੜੀ ਕੈਨੇਡਾ ਫੂਡ ਪ੍ਰਾਈਸ ਰਿਪੋਰਟ ਆ ਉਹਦੇ ਦੱਸਣ ਅਨੁਸਾਰ, ਜਿਹੜੀ ਐਗਰੀ ਫੂਡ ਐਨਾਲਿਟਿਕਲ ਲੈਬ ਡਲਹੌਜ਼ੀ ਯੂਨੀਵਰਸਿਟੀ ਦੀ ਆ ਜਿਹਨੇ ਪਬਲਿਸ਼ ਕੀਤੀ ਸੀ, ਮਤਲਬ 4 ਜਣੇ ਟੱਬਰ ਦੇ ਵਿੱਚ ਆ ਤੇ ਉਹ $16,288 ਤੇ 41 ਸੈਂਟ ਦੀ ਗਰੋਸਰੀ ਸਾਲ ਦੇ ਵਿੱਚ ਲੈ ਕੇ ਆਉਂਦੇ ਆ। ਇਹ ਇੱਕ ਅੰਦਾਜ਼ਾ ਜਿਹੜਾ ਇਹਨਾਂ ਦਾ ਹੈਗਾ ਆ। ਦੂਜੀ ਗੱਲ, ਇੱਕ ਪਰਿਵਾਰ ਜਿਹਦੇ 'ਚ 4 ਜਣੇ ਆ ਉਹਦੇ ਨਾਲ ਹੁਣ ਉਹਦਾ ਬਿੱਲ ਸਾਲ ਦਾ $1,100 ਵੱਧ ਗਿਆ ਇਸ ਮਹਿੰਗਾਈ ਦੇ ਨਾਲ। ਮਤਲਬ ਜਿਹੜਾ $16,288 ਖਰਚਦਾ ਸੀ ਉਹ $17,000 ਤੇ ਮਤਲਬ $300 ਉਹਦਾ ਖਰਚਾ ਇਸ ਵੇਲੇ ਹੋਊਗਾ। ਮਤਲਬ $1,100 ਉਹਨੂੰ ਵਾਧੂ ਪੇ ਕਰਨਾ ਪਿਆ ਗਰੋਸਰੀ ਦੇ ਉੱਤੇ, ਕਿਉਂਕਿ ਮਹਿੰਗਾਈ ਵੱਧ ਗਈ ਆ। ਤੇ ਇਹ ਜਿਹੜਾ ਵਾਧਾ ਆ ਇਹ ਸਬਜ਼ੀਆਂ ਦੇ ਉੱਤੇ, ਵੈਜੀਟੇਬਲਸ ਦੇ ਉੱਤੇ, ਦੁੱਧ, ਮੀਟ, ਡੇਅਰੀ, ਇਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਹੋਇਆ। ਤੇ ਹੁਣ ਇਹ ਜਿਹੜੇ ਕੋਸ਼ਿਸ਼ ਕੀ ਕਰ ਰਹੀ ਹੈ ਸਰਕਾਰ, ਇਹ ਮੰਨ ਕੇ ਕਿ $1,100 ਤੁਹਾਡਾ ਵਧਿਆ ਆ ਤੇ ਇਹਦਾ ਮਤਲਬ ਲਗਭਗ ਅੱਧਾ $467 ਤੁਹਾਨੂੰ ਸਾਲ ਦੇ ਇੱਕ ਵਾਰੀ ਇਹਨਾਂ ਨੇ ਦੇ ਦੇਣੇ ਆ, ਤੇ ਜਿਹਦੇ ਨਾਲ ਕੁਛ ਨਾ ਕੁਛ ਤੁਹਾਡੀ ਮਦਦ ਜ਼ਰੂਰ ਹੋ ਜੂਗੀ। ਸੋ $1,100 ਜੇ ਤੁਸੀਂ ਮਹਿੰਗਾਈ ਵਧੀ ਦੇ ਵਿੱਚ ਲਾਇਆ ਆ ਤੇ $467 ਤੁਹਾਨੂੰ ਮਿਲ ਸਕਦੇ ਆ ਜੇਕਰ ਤੁਸੀਂ ਉਸ ਬ੍ਰੈਕਟ ਦੇ ਵਿੱਚ ਆਉਨੇ ਆ। ਸੋ ਬਹੁਤੀ ਗੱਲਬਾਤ ਇਹਦੇ ਬਾਰੇ ਕਲੀਅਰ ਨਹੀਂ ਹੋਈ, ਤੇ ਗੱਲ ਮੋਟੀ ਇਹੀ ਆ ਵੀ ਤੁਸੀਂ ਇਹਦੇ ਲਈ ਕਿਤੇ ਅਪਲਾਈ ਨਹੀਂ ਕਰਨਾ, ਆਪਣਾ ਟੈਕਸ ਫਾਈਲ ਕਰਨਾ, ਤੇ ਜੇ ਤੁਸੀਂ ਉਹਦੇ 'ਚ ਐਲੀਜੀਬਲ ਆ ਤਾਂ ਤੁਹਾਨੂੰ ਇਹ ਜਿਹੜੇ GST ਕ੍ਰੈਡਿਟਸ ਦੇ ਵਿੱਚ ਆ ਜਾਣੇ ਆ, ਤੇ ਇਹਦੇ ਨਾਲ ਕੁਛ ਨਾ ਕੁਛ ਮਦਦ ਲੋਕਾਂ ਦੀ ਜਿਹੜੀ ਆ ਉਹ ਜ਼ਰੂਰ ਹੋਊਗੀ। ਅੱਜ ਇੱਕ ਰਿਪੋਰਟ ਸਾਹਮਣੇ ਆਈ ਆ RCMP ਦੇ ਬਾਰੇ ਦੇ ਵਿੱਚ, ਤੇ ਬੜੀ ਸਖਤ ਰਿਪੋਰਟ ਆ ਜਿਹਦੇ ਵਿੱਚ ਬਹੁਤ ਸਾਫ਼ ਤੌਰ ਤੇ ਲਿਖਿਆ ਹੈ ਵੀ RCMP ਨੂੰ ਰਿਵਿਊ ਕਰਨਾ ਚਾਹੀਦਾ, ਰੀਸਟਰਕਚਰ ਕਰਨਾ ਚਾਹੀਦਾ, ਤੇ ਇਹਨਾਂ ਨੂੰ ਜਿਹੜੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ। ਮਾਸ ਕੈਜੁਅਲਿਟੀ ਕਮਿਸ਼ਨ ਇਹਨਾਂ ਨੇ ਇੱਕ ਫਾਈਨਲ ਰਿਪੋਰਟ ਜਾਰੀ ਕੀਤੀ ਆ ਮਾਸ ਸ਼ੂਟਿੰਗ ਦੀ, ਜਿਹਦੇ ਵਿੱਚ 22 ਲੋਕਾਂ ਦੀ ਜਾਨ ਚਲੇ ਗਈ ਸੀ ਔਰ ਇੱਕ ਪ੍ਰੈਗਨੈਂਟ ਲੇਡੀ ਵੀ ਉਹਨਾਂ ਦੇ ਵਿੱਚ ਸੀਗੀ। ਪੋਰਟਿਬਿਕ ਉੱਥੇ ਜਿਹੜੀ ਉੱਥੇ ਜਦੋਂ ਇਹ ਨੋਵਾ ਸਕੋਸ਼ੀਆ ਦੇ ਵਿੱਚ ਸ਼ੂਟਿੰਗ ਹੋਈ ਸੀ, ਉੱਥੇ ਦਾ ਇੱਕ ਪੇਂਡੂ ਇਲਾਕਾ ਜਿਹੜਾ ਪੋਰਟਿਬਿਕ, ਉੱਥੇ ਇਹ ਘਟਨਾ ਵਾਪਰੀ ਸੀਗੀ ਸੈਂਟਰਲ ਨੋਵਾ ਸਕੋਸ਼ੀਆ ਦੇ ਵਿੱਚ ਅਪ੍ਰੈਲ 18 ਤੇ 19 ਨੂੰ 2020 ਦੇ ਵਿੱਚ 22 ਜਿਹੜੇ ਮਾਰੇ ਗਏ ਸੀ। ਉਹਦੀ ਫਿਰ ਜਾਂਚ ਹਜੇ ਤੱਕ ਚੱਲਦੀ ਸੀਗੀ, ਹੁਣ ਲਗਭਗ ਇਹਨੂੰ 3 ਸਾਲ ਹੋਣ ਦੇ ਨੇੜੇ ਆ, ਤੇ ਉਹਦੀ ਜਾਂਚ ਚੱਲਦੀ ਸੀ। ਉਹ ਜਾਂਚ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਆ ਵੀ ਠੀਕ ਆ ਸ਼ੂਟਿੰਗ ਹੋ ਗਈ, ਪਰ ਉਹਦੇ 'ਚ ਕੀ ਹੋਣਾ ਕੀ ਚਾਹੀਦਾ ਸੀ। 3000 ਸਫ਼ੇ ਦਾ ਇਹ ਡਾਕੂਮੈਂਟ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਲੰਬਾ ਇੱਕ ਫੇਲੂਅਰ ਲਿਸਟ RCMP ਦੀ ਦੱਸੀ ਆ ਉਹਨਾਂ ਦੀ, ਕਿ ਪਹਿਲਾਂ ਇਹਨਾਂ ਨੇ ਕੀ ਕੀ ਕਰਨਾ ਚਾਹੀਦਾ ਸੀ ਨਹੀਂ ਕੀਤਾ, ਜਦੋਂ ਉੱਥੇ ਗਏ ਆ ਉੱਥੇ ਇਹਨਾਂ ਨੇ ਕੀ ਕੀ ਕਰਨਾ ਚਾਹੀਦਾ ਸੀ ਕੀ ਨਹੀਂ ਕੀਤਾ, ਤੇ ਉਹ ਤੋਂ ਬਾਅਦ ਜੋ ਕੁਛ ਇਹਨਾਂ ਨੂੰ ਕਰਨਾ ਚਾਹੀਦਾ ਸੀ ਜਿਹੜਾ ਇਹਨਾਂ ਨੇ ਨਹੀਂ ਕੀਤਾ। ਕਮਿਸ਼ਨ ਨੇ ਜਿਹੜਾ ਨੋਟ ਬਣਾਇਆ ਇਹਨਾਂ ਚੀਜ਼ਾਂ ਦੇ ਵਿੱਚ, ਤੇ ਦੱਸਿਆ ਵੀ ਗਲਤੀ ਕਿੱਥੇ ਕਿੱਥੇ ਸੀਗੀ RCMP ਦੇ ਰਿਸਪੌਂਡ ਦੇ ਵਿੱਚ। ਉਹ ਕਹਿੰਦੇ ਇਹ ਇਸ ਗੱਲ ਦੇ ਵਿੱਚ ਵੀ ਫੇਲ ਹੋ ਗਏ ਕਿ ਪਬਲਿਕ ਨਾਲ ਕਿਸੇ ਤਰ੍ਹਾਂ ਕਮਿਊਨੀਕੇਟ ਕਰ ਸਕਦੇ ਜਦੋਂ ਇਹ ਟ੍ਰੈਜਡੀ ਹੋਈ ਆ ਜਾਂ ਟ੍ਰੈਜਡੀ ਤੋਂ ਬਾਅਦ ਦੇ ਵਿੱਚ। ਜਿਹੜਾ ਮਾਸ ਕੈਜੁਅਲਿਟੀ ਕਮਿਸ਼ਨ ਆ, MCC ਇਹਨੂੰ ਕਹਿੰਦੇ ਆ, ਇਹਨਾਂ ਨੇ ਦੱਸਿਆ ਕਿ RCMP ਆਫਿਸਰ ਜਿਹੜੇ ਉਸ ਇਨਸੀਡੈਂਟ ਦੇ ਉੱਤੇ ਰਿਸਪੌਂਸੀਬਲ ਸੀਗੇ ਜਾਂ ਉੱਥੇ ਗਏ ਆ, ਉਹਨਾਂ ਨੂੰ ਉਸ ਇਲਾਕੇ ਦੀ ਨੌਲੇਜ ਹੀ ਨਹੀਂ ਸੀ, ਨਾ ਉਸ ਇਲਾਕੇ ਦੀ ਨੌਲੇਜ ਸੀ ਨਾ ਉਹਦੇ ਆਲੇ ਦੁਆਲੇ ਦੀ ਨੌਲੇਜ ਸੀ। ਤੇ ਜਿਹੜੇ RCMP ਨੇ ਇਹਨਾਂ ਨੂੰ ਫੋਨ ਦਿੱਤੇ ਸੀ ਉਹਨਾਂ ਦੇ ਵਿੱਚ ਡਾਟਾ ਹੀ ਨਹੀਂ ਸੀ, ਇੰਟਰਨੈਟ ਹੀ ਨਹੀਂ ਸੀ ਚੱਲਦਾ। ਕਮਿਸ਼ਨ ਨੇ ਇਹ ਵੀ ਕਿਹਾ MCC ਨੇ ਕਿ RCMP ਇੱਦਾਂ ਦੇ ਲਾਰਜ ਸਕੇਲ ਜਿਹੜੇ ਇਵੈਕੂਏਸ਼ਨ ਆ, ਜਿੱਥੇ ਵੱਡੇ ਪੱਧਰ ਤੇ ਲੋਕਾਂ ਨੂੰ, ਸਿਵਿਲੀਅਨ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਹੋਵੇ, ਇਸ ਗੱਲ ਦੇ ਲਈ ਜਿਹੜੇ ਆ ਇਹ ਪ੍ਰਪੇਅਰਡ ਹੀ ਨਹੀਂ ਸੀ। RCMP ਤਿਆਰ ਹੀ ਨਹੀਂ ਸੀ ਇੱਦਾਂ ਦੇ ਆਪਰੇਸ਼ਨ ਦੇ ਲਈ, ਤੇ ਉਹਨਾਂ ਨੂੰ ਕਈ ਘੰਟੇ ਲੱਗ ਗਏ ਲੋਕਾਂ ਨੂੰ ਅਲਰਟ ਕਰਨ ਦੇ ਵਿੱਚ ਕਿ ਵੀ ਜਿਹੜਾ ਸ਼ੂਟਰ ਆ ਉਹ ਇੱਥੇ ਜਿਹੜਾ ਉਹ ਮਤਲਬ ਪੁਲਿਸ ਦੀ ਗੱਡੀ ਦੇ ਵਿੱਚ ਘੁੰਮ ਰਿਹਾ ਹੈ, ਜਾਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ। ਉਹ ਕਹਿੰਦੇ ਇਹਨੂੰ ਪਤਾ ਨਹੀਂ ਲੱਗਿਆ ਕਰਨਾ ਕੀ ਆ। ਜਦੋਂ ਇਹ ਟ੍ਰੈਜਡੀ ਤੋਂ ਬਾਅਦ MCC ਕਹਿੰਦੀ ਆ ਕਿ ਜਿਹੜੀ ਕ੍ਰਾਈਮ ਸੀਨ ਸੀਗਾ ਉੱਥੇ ਜਿਹੜੇ ਐਵੀਡੈਂਸ ਸੀਗੇ
ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਟਰੀਟ ਕੀਤਾ ਜਾਂਦਾ ਤੇ ਕਈ ਵਾਰੀ ਉਹਨਾਂ ਨੂੰ ਕਈ ਵਾਰੀ ਇਹਨਾਂ ਨੇ ਓਵਰਲੁੱਕ ਕਰ ਦਿੱਤਾ। ਇਹ ਵੀ ਕਿਹਾ ਗਿਆ ਕਿ ਸਪੈਸ਼ਲੀ ਜਿਹੜੇ RCMP ਆ ਇਹਨਾਂ ਦੇ ਵਿੱਚ ਜਿਹੜੀ ਟਰਾਂਸਪੇਰੈਂਸੀ ਦੇ ਵਿੱਚ ਕਮੀ ਸੀਗੀ। ਉਹ ਜਿਹੜੀਆਂ ਫੈਮਲੀਜ਼ ਦੇ ਵਿੱਚ ਜਿਹੜੇ ਵਿਕਟਮ ਸੀਗੇ ਜਿਹੜੇ ਵਿਚਾਰੇ ਮਾਰੇ ਗਏ, ਤੇ ਦੂਜਾ ਜਿਹੜੀ ਜਨਰਲ ਪਬਲਿਕ ਸੀਗੀ। ਸੋ ਮਾਸ ਕੈਜੁਅਲਿਟੀ ਦੇ ਇਸ ਪੱਖ ਦੇ ਵਿੱਚ RCMP ਨੂੰ ਕਹਿੰਦੇ ਜਿਹੜੀ ਇਹ ਕੇਅਰ ਕਰਨੀ ਚਾਹੀਦੀ ਆ ਉਹਨਾਂ ਦੇ ਸਰਵਾਈਵਰ ਦੇ ਫੈਮਿਲੀ ਮੈਂਬਰਸ ਦੇ ਨਾਲ, ਜਿਹੜੀ ਪ੍ਰਾਇੋਰਟਾਈਜੇਸ਼ਨ ਤੋਂ ਬਾਅਦ ਜਿਹੜੀ ਇਹ ਸੀਰੀਅਸ ਸ਼ਾਰਟਕਮਿੰਗ ਸਾਹਮਣੇ ਆਈ। ਔਰ ਉਹਨਾਂ ਨੇ ਇਹ ਕਿਹਾ MCC ਨੇ ਕਿ ਸਿਗਨੀਫੀਕੈਂਟ ਚੇਂਜਸ ਚਾਹੀਦੀਆਂ ਇਹਨਾਂ ਨੂੰ ਕਰਨੀਆਂ। ਇਨਵੈਸਟੀਗੇਸ਼ਨ ਜਦੋਂ ਕੀਤੀ RCMP ਨੇ ਇਸ ਮਾਸ ਸ਼ੂਟਿੰਗ ਦੀ, MCC ਕਹਿੰਦਾ ਕਿ ਇਹਨੂੰ ਵੱਡੀਆਂ ਚੇਂਜਸ ਇਹਦੇ ਵਿੱਚ ਹੋਣੀਆਂ ਚਾਹੀਦੀਆਂ ਜਦੋਂ ਜਿਹੜੀ ਐਵਰੀਡੇ ਪੁਲਿਸਿੰਗ ਆਉਂਦੀ ਆ, ਟਰਾਂਸਪੇਰੈਂਸੀ ਆਉਂਦੀ ਆ ਜਾਂ ਅਕਾਊਂਟੇਬਿਲਟੀ ਆਉਂਦੀ ਹੈ। ਜਿਹੜਾ ਇਸ ਵੇਲੇ MCC ਨੇ ਕਿਹਾ ਵੀ ਜਿਹੜਾ ਇਸ ਵੇਲੇ ਇਹਨਾਂ ਦੀ ਪੁਲਿਸਿੰਗ ਦਾ ਕਲਚਰ ਆ ਇਹ ਬਦਲਣਾ ਚਾਹੀਦਾ ਹਰ ਹਾਲਤ ਦੇ ਵਿੱਚ। ਜਿਹੜੀਆਂ ਐਵਰੀਡੇ ਪ੍ਰੈਕਟਿਸਿਸ ਨੇ, ਪਾਲਿਸੀਜ਼ ਨੇ, ਸੁਪਰਵਿਜ਼ਨਸ ਨੇ, ਇਨਫੋਰਮੇਸ਼ਨ ਸ਼ੇਅਰਿੰਗ ਆ, ਟਰਾਂਸਪੇਰੈਂਸੀਜ਼ ਆ, ਅਕਾਊਂਟੇਬਿਲਿਟੀ ਆ, ਇਹਨਾਂ ਸਾਰਿਆਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਮਤਲਬ ਸਿੱਧਾ ਉਹਨਾਂ ਨੇ RCMP ਨੂੰ ਕਿਹਾ ਵੀ ਤੁਸੀਂ ਜੋ ਕੁਝ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਤੇ RCMP ਦੇ ਵਿੱਚ ਹੀ ਪ੍ਰੋਬਲਮ ਆ ਇਹਨਾਂ ਦੇ ਜਿਹੜਾ ਬਹੁਤ ਮਾੜਾ ਵਰਕ ਕਲਚਰ, ਇਹਨਾਂ ਦਾ ਟੌਕਸਿਕ ਵਰਕਪਲੇਸ ਕਲਚਰ ਆ ਉੱਥੇ। RCMP ਜਿਹੜੀ ਮੈਨੇਜਮੈਂਟ ਆ ਉਹ ਮਤਲਬ ਇਸ ਕੰਮ ਦੇ ਲਈ ਉਸ ਤਰੀਕੇ ਦੇ ਨਾਲ ਕੰਮ ਹੀ ਨਹੀਂ ਕਰ ਰਹੀ। ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਮਾਸ ਸ਼ੂਟਿੰਗਸ ਆ ਇਹਦੀ ਇਨਕੁਆਇਰੀ ਆ ਉਹਦੀ ਜ਼ਿਆਦਾ ਧਿਆਨ ਦੇ ਨਾਲ ਉਹਦੀ ਗੱਲਬਾਤ ਹੋਣੀ ਚਾਹੀਦੀ ਤੇ ਜ਼ਿਆਦਾ ਉਹਦੇ ਬਾਰੇ ਜਿਹੜਾ ਪਤਾ ਕਰਨਾ ਚਾਹੀਦਾ ਆ। ਔਰ ਦੂਜੀ ਗੱਲ ਆ ਕਿ ਜਿਹੜੀਆਂ ਗਲਤੀਆਂ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ। ਇੱਕ ਲਿਸਟ ਪੂਰੀ ਦੀ ਪੂਰੀ ਉਹਨਾਂ ਨੇ ਰეკਮੈਂਡੇਸ਼ਨ ਦੀ ਦਿੱਤੀ ਆ RCMP ਨੂੰ ਕਿ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਧਿਆਨ ਦਿਓ। ਕਾਫੀ ਉਹਨਾਂ ਨੇ ਜਿਹੜੇ ਦਿੱਤੇ ਆ, ਜਿਹੜੀ ਇਨਕੁਆਇਰੀ ਦੇ ਵਿੱਚ ਰਿਪੋਰਟਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ RCMP ਆ ਉਹ ਨਾ ਤਾਂ ਪ੍ਰੋਪਰਲੀ ਜਿਹੜੀਆਂ ਇਹਦੇ ਜਿਹੜੀ ਉਹਨਾਂ ਨੂੰ ਸਮਝਿਆ ਇਸ ਚੀਜ਼ ਨੂੰ, ਜਿਹੜੀਆਂ ਉਹਨਾਂ ਦੀਆਂ ਗਲਤੀਆਂ ਸੀਗੀਆਂ, ਤੇ ਜਿਹੜੀ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਕਿੱਦਾਂ ਕੰਮ ਕਰਨਾ, ਕੀ ਕਰਨਾ ਆ, ਉਹਦੇ ਉੱਤੇ ਵੀ ਉਹਨਾਂ ਨੇ ਸਵਾਲ ਚੁੱਕੇ ਆ। ਤੇ ਜਿਹੜਾ ਇਸ ਗੱਲਬਾਤ ਦੇ ਉੱਤੇ ਹੁਣ ਜਿਹੜੀ ਉਹਨਾਂ ਨੇ ਕਾਫੀ ਰეკਮੈਂਡੇਸ਼ਨ ਦਿੱਤੀਆਂ, ਬੜਾ ਕੰਪਰੀਹੈਂਸਿਵ ਰਿਵਿਊ ਦਿੱਤਾ, ਪਰ ਇਸ ਗੱਲ ਦੀ ਜਿਹੜੀ ਕਾਫੀ ਉਹਨਾਂ ਨੇ ਆਲੋਚਨਾ ਕੀਤੀ ਹੈ ਕਿ RCMP ਨੂੰ ਰੀਸਟਰਕਚਰ ਕਰਨਾ ਚਾਹੀਦਾ ਸਾਰਾ ਕੁਝ। ਇਹਨਾਂ ਦੇ ਵਿੱਚ ਕਈ ਗੱਲਾਂ ਦੇ ਨੁਕਸ ਆ ਜਿਹੜੇ ਦੂਰ ਕਰਨੇ ਚਾਹੀਦੇ, ਖਾਸ ਕਰ ਇਸ ਤਰੀਕੇ ਦੇ ਨਾਲ ਜਦੋਂ ਇਸ ਕਿਸਮ ਦਾ ਜਿਹੜਾ ਵਾਤਾਵਰਨ ਹੁੰਦਾ ਜਾਂ ਰੂਰਲ ਪੁਲਿਸਿੰਗ ਆ, ਜਿਹੜਾ ਉਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਉੱਥੇ, ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਰੂਰਲ ਜਾਂ ਰਿਮੋਟ ਕਮਿਊਨਿਟੀਜ਼ ਦੇ ਵਿੱਚ ਜਾਂ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਕਿੱਦਾਂ ਟਾਈਮਲੀ ਰਿਸਪੌਂਸ ਕਰਨਾ ਆ, ਕਿੱਦਾਂ ਉੱਥੇ ਜਾਣਾ ਆ, ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਜਾਂ ਇਹਨਾਂ ਨੂੰ ਟ੍ਰੇਨਿੰਗ ਹੋਣੀ ਚਾਹੀਦੀ ਆ ਪ੍ਰੋਪਰ। ਜਿਹੜੀ ਇਹਨਾਂ ਦੀ ਟ੍ਰੇਨਿੰਗ ਆ, ਰਿਪੋਰਟ ਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਆ ਕਿ ਜਿਹੜਾ ਟ੍ਰੇਨਿੰਗ ਮਾਡਲ ਆ ਉਹ ਮਤਲਬ ਜਿਹੜੀ ਉਹ ਟ੍ਰੇਨਿੰਗ ਮਾਡਲ ਹੀ ਠੀਕ ਨਹੀਂ। ਉਹ ਕਹਿੰਦੇ ਇਹਨਾਂ ਨੂੰ ਟ੍ਰੇਨਿੰਗ ਹੀ ਨਹੀਂ ਸਹੀ ਦਿੱਤੀ ਜਾਂਦੀ। ਵੀ ਜਿਹੜੀਆਂ ਅੱਜ ਦੇ ਆਧੁਨਿਕ ਯੁੱਗ ਜਿਹੜਾ ਮਾਡਰਨ ਸੁਸਾਇਟੀ ਆ ਉਹਦੀਆਂ ਜਿਹੜੀਆਂ ਪੁਲਿਸਿੰਗ ਦੀਆਂ ਲੋੜਾਂ ਨੇ ਉਹਦੇ ਹਿਸਾਬ ਨਾਲ RCMP ਦੀ ਟ੍ਰੇਨਿੰਗ ਨਹੀਂ ਆ। ਤੇ ਇਸ ਮਾਮਲੇ ਦੇ ਵਿੱਚ ਰეკਮੈਂਡੇਸ਼ਨਸ ਕਾਫੀ ਉਹਨਾਂ ਨੇ ਦਿੱਤੀਆਂ ਆ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਇਹਨੂੰ ਫੇਜ਼ ਆਊਟ ਕਰਨਾ ਚਾਹੀਦਾ 2032 ਤੱਕ ਤੇ ਨਵਾਂ ਮਾਡਲ ਜਿਹੜਾ ਇੱਥੇ ਲੈ ਕੇ ਆਉਣਾ ਚਾਹੀਦਾ। ਦੇਖੋ ਇਹਦੇ ਉੱਤੇ ਕਿੰਨੀ ਕੁ ਗੱਲਬਾਤ ਹੁੰਦੀ, ਕਿੰਨਾ ਕਮਲ ਹੁੰਦਾ, ਪਰ ਇਸ ਰਿਪੋਰਟ ਨੇ ਅੱਜ ਸਾਰੇ ਕੈਨੇਡਾ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਿਆ ਤੇ RCMP ਦੀ ਕਾਰਜਕਾਰੀ ਦੇ ਉੱਤੇ ਜਿਹੜਾ ਕਾਫੀ ਵੱਡਾ ਸਵਾਲ ਇਹਦੇ ਉੱਤੇ ਉਹਨਾਂ ਨੇ ਲਾ ਦਿੱਤਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਇਸ ਸੰਬੰਧ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਚਾਅ ਕੀਤਾ ਜਾ ਸਕਦਾ। ਅਗਲੀ ਗੱਲਬਾਤ ਅੰਪੇਅਰ ਡਰਾਈਵਰਸ ਦੇ ਬਾਰੇ ਹੈ। ਐਬਸਫੋਰਡ ਪੁਲਿਸ ਨੇ ਇੱਕ ਰਿਪੋਰਟ ਦੱਸੀ ਹੈ। ਉਹ ਕਹਿੰਦੇ 158 ਇੰਪੇਅਰਡ ਡਰਾਈਵਰ ਉਹਨਾਂ ਨੇ ਰੋਡਸ ਤੋਂ ਰਿਮੂਵ ਕੀਤੇ ਆ ਇਸ ਸਾਲ 2023 ਦੇ ਵਿੱਚ। ਸਭ ਤੋਂ ਵੱਡੀ ਐਗਜ਼ਾਮਪਲ ਉਹਨਾਂ ਨੇ ਦਿੱਤੀ ਆ ਕਿ ਇੱਕ ਜਿਹੜੀ ਉਹਨਾਂ ਨੇ ਕਾਲ ਕੀਤੀ ਆ ਤੇ ਜਿੱਥੇ ਇਸ ਵੀਕ ਦੇ ਵਿੱਚ ਆਫੀਸਰ ਉੱਥੇ ਗਏ ਆ, ਇੱਕ ਕੋਲੀਜਨ ਉੱਥੇ ਦੋ ਅਸਲ ਦੇ ਵਿੱਚ ਟੱਕਰਾਂ ਹੋਈਆਂ ਜਿਨ੍ਹਾਂ ਦੇ ਵਿੱਚ ਜਿਹੜਾ ਮੋਟਰਿਸਟ ਸੀਗਾ ਤੇ ਉਹ ਵੀ ਅੰਡਰ ਇਨਫਲੂਐਂਸ ਸੀਗਾ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਇਹ ਅੰਕੜੇ ਜਾਰੀ ਕੀਤੇ ਆ ਕਿ ਕਿਸ ਤਰੀਕੇ ਦੇ ਨਾਲ ਇੰਪੇਅਰਡ ਡਰਾਈਵਿੰਗ ਦੇ ਨਾਲ ਐਕਸੀਡੈਂਟ ਹੋ ਰਹੇ ਆ। ਔਰ ਦੱਸਿਆ ਜਾ ਰਿਹਾ ਕਿ ਜਿਹਦੇ ਵਿੱਚ ਜਿਹੜਾ ਸਿੱਧਾ ਹਾਈਵੇ 1 ਦੇ ਉੱਤੇ ਰੋਲ ਓਵਰ ਕੋਲੀਜਨ ਹੋਇਆ ਤੇ ਜਿਹੜਾ ਦੂਜੀ ਕਾਰ ਸੀਗੀ ਉਹਨੂੰ ਜਿਹੜਾ ਫਾਇਰ ਹਾਈਡਰੈਂਟ ਤੋਂ ਲਿਆਂਦਾ ਤੇ ਐਬਸਫੋਰਡ ਪੁਲਿਸ ਡਿਪਾਰਟਮੈਂਟ ਨੇ ਇੱਕ ਟਵਿੱਟਰ ਦੇ ਉੱਤੇ ਆਪਣੇ ਦੱਸਿਆ ਕਿ 35 ਸਾਲਾ ਵਿਅਕਤੀ ਜਿਹੜਾ
ਕਾਰ ਚਲਾ ਰਿਹਾ ਸੀ ਵਾਈਟ ਪਿਕਅਪ ਟਰੱਕ ਦੇ ਵਿੱਚ, ਤੇ ਉਹ ਨੇੜੇ ਦੇ ਜਿਹੜਾ ਉੱਥੇ ਬ੍ਰੈਡਨਰ ਰੋਡ ਰੈਸਟ ਏਰੀਆ ਆ ਹਾਈਵੇ 1 ਦੇ ਉੱਤੇ 8:30 ਵਜੇ ਰਾਤ ਨੂੰ, ਮੰਗਲਵਾਰ ਦੀ ਰਾਤ ਨੂੰ ਇਹ ਘਟਨਾ ਦੱਸੀ ਗਈ ਆ। ਉੱਥੇ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਟਰੱਕ ਆ ਉਹ ਇੱਕ ਸਾਈਡ ਦੇ ਵੱਲੋਂ ਫਲਿੱਪ ਹੋਇਆ, ਤੇ ਜਿਹੜੀ ਉਹਦੀ ਵਿੰਡਸ਼ੀਲਡ ਆ ਉਹ ਬ੍ਰੋਕਨ ਸੀ, ਕਾਫੀ ਉਹਦੇ ਵਿੱਚ ਡੈਂਟ ਸੀਗੇ। ਉੱਥੇ ਕਈ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ, ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕਿੰਨੇ ਲੋਕਾਂ ਨੂੰ ਇਹਨਾਂ ਨੇ ਸੜਕ ਤੋਂ ਪਾਸੇ ਕੀਤਾ ਆ। ਜਿਹੜੇ ਲਾਇਸੈਂਸ ਸਸਪੈਂਡ ਕੀਤਾ 90 ਦਿਨ ਦੇ ਲਈ, ਫਿਰ ਵਹੀਕਲ ਇੰਪਾਊਂਡ ਕੀਤਾ 30 ਦਿਨ ਦੇ ਲਈ, ਤਾਂ ਉਹਦੇ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਟਰਾਂਸਪੋਰਟ ਕੀਤਾ ਮਾਈਨਰ ਇੰਜਰੀਜ਼ ਦੇ ਨਾਲ। ਸੈਕੰਡ ਜਿਹੜਾ ਇੰਪੇਅਰ ਡਰਾਈਵਰ ਸੀਗਾ ਉਹਨੂੰ ਫੜਿਆ ਪੁਲਿਸ ਨੇ ਇਸ ਹਫ਼ਤੇ ਦੇ ਵਿੱਚ। 32 ਸਾਲਾ ਇਹ ਵਿਅਕਤੀ ਹੈ ਜਿਹੜਾ ਫਾਇਰ ਹਾਈਡਰੈਂਟ ਦੇ ਉੱਤੇ ਚਲੇ ਗਿਆ, ਤੇ ਮੁੜ ਕੇ ਉਹਨੂੰ ਜਿਹੜਾ ਮੀਡੀਅਨ ਆ ਇੰਟਰਸੈਕਸ਼ਨ ਦੇ ਉੱਤੇ ਜਿਹੜਾ ਉਹ ਡਰਾਈਵ ਕਰ ਰਿਹਾ ਸੀ ਤੜਕੇ 2:30 ਵਜੇ ਬੁੱਧਵਾਰ ਨੂੰ, ਉਹਦੇ ਨਾਲ ਵੀ ਬਹੁਤ ਸਾਰਾ ਨੁਕਸਾਨ ਹੋਇਆ, ਜਿਹਦੇ ਨਾਲ ਉਹਨੂੰ ਪਾਣੀ ਨੂੰ ਸ਼ਟ ਡਾਊਨ, ਪੂਰੀ ਦੀ ਪੂਰੀ ਸਪਲਾਈ ਨੂੰ ਸ਼ਟ ਡਾਊਨ ਕਰਨਾ ਪਿਆ। ਤੇ ਜਿਹੜਾ ਇਹ ਵਿਅਕਤੀ ਹਾਲਾਂਕਿ ਇੰਜਰ ਨਹੀਂ ਹੋਇਆ, ਤੇ 90 ਦਿਨ ਦੀ ਡਰਾਈਵਿੰਗ ਉਹਦੀ ਜਿਹੜੀ ਆ ਉਹ ਬੈਨ ਕੀਤੀ ਗਈ ਆ। ਤੇ ਇੰਪੇਅਰ ਡਰਾਈਵਿੰਗ ਲਗਾਤਾਰ ਐਬਸਫੋਰਡ ਦੇ ਵਿੱਚ ਵੱਧ ਰਹੀ ਆ। ਪਿਛਲੇ ਸਾਲ ਐਬਸਫੋਰਡ ਪੁਲਿਸ ਡਿਪਾਰਟਮੈਂਟ ਨੇ 881 ਮੋਟਰਿਸਟ ਜਿਹੜੇ ਸੀਗੇ ਉਹਨਾਂ ਨੂੰ ਰੋਡ ਦੇ ਉੱਤੇ ਫੜਿਆ, ਜਿਹੜੇ ਕਿਸੇ ਜਾਂ ਤਾਂ ਦਾਰੂ ਪੀਤੀ ਸੀ ਜਾਂ ਉਹਨਾਂ ਨੇ ਕੋਈ ਹੋਰ ਨਸ਼ਾ ਕੀਤਾ ਸੀ। ਔਰ 2021 ਦੇ ਵਿੱਚ ਇਹ 778 ਦੱਸੇ ਗਏ ਸੀ। ਸੋ 2023 ਦੇ ਵਿੱਚ ਹੁਣ ਤੱਕ ਜਦੋਂ ਆਹ ਮਾਰਚ 20 ਤੱਕ ਦਾ ਜਿਹੜਾ ਅੰਕੜਾ ਸੀਗਾ 156 ਡਰਾਈਵਰਸ ਜਿਹੜੇ ਸੀਗੇ ਉਹ ਇਹਨਾਂ ਨੇ ਫੜੇ ਆ। ਸੋ ਕਾਫੀ ਪੁਲਿਸ ਜਿਹੜੀ ਲੋਕਾਂ ਨੂੰ ਕਹਿ ਰਹੀ ਹੈ ਕਿ ਘੱਟੋ ਘੱਟ ਖਿਆਲ ਰੱਖਿਆ ਜਾਵੇ ਕਿ ਕੋਈ ਵੀ ਸ਼ਰਾਬ ਪੀ ਕੇ ਜਾਂ ਕਿਸੇ ਵੀ ਕਿਸਮ ਦੇ ਇਨਫਲੂਐਂਸ ਦੇ ਥੱਲੇ ਜਿਹੜੀ ਗੱਡੀ ਆ ਉਹ ਨਾ ਚਲਾਈ ਜਾਵੇ। ਅੱਜ ਇੱਕ ਹੋਰ ਰਿਪੋਰਟ ਸਾਹਮਣੇ ਆਈ ਆ ਕੈਨੇਡਾ ਵਾਸੀਆਂ ਦੇ ਬਾਰੇ, ਤੇ ਉਹਨਾਂ ਨੇ ਇਹ ਦੱਸਿਆ ਵੀ ਤੁਸੀਂ ਇਹ ਆਮ ਤੌਰ ਦੇ ਉੱਤੇ ਝੂਠ ਕਿੰਨੀ ਕੁ ਵਾਰੀ ਬੋਲਦੇ ਜਾਂ ਕਿੱਦਾਂ ਦਾ ਝੂਠ ਬੋਲਦੇ ਆ। ਬੜੀ ਹੈਰਾਨੀਜਨਕ ਤੇ ਬੜੀ ਦਿਲਚਸਪ ਰਿਪੋਰਟ ਆ। ਕਿੰਨਾ ਕੁ ਜਿਹੜਾ ਝੂਠ ਬੋਲਦੇ ਆ। ਇੱਕ ਮਤਲਬ ਤੁਸੀਂ ਕਦੇ ਖਾਣਾ ਬਣਾਇਆ ਤੇ ਕਿਸੇ ਨੇ ਪੁੱਛਿਆ ਵੀ ਕਿੱਦਾਂ ਦਾ ਲੱਗਾ, ਤੇ ਆਮ ਤੌਰ ਤੇ ਬੰਦਾ ਕਹਿ ਦਿੰਦਾ ਬਹੁਤ ਵਧੀਆ, ਜਾਂ ਕੋਈ ਤੁਹਾਨੂੰ ਹਾਲ ਪੁੱਛਦਾ ਵੀ ਕੀ ਹਾਲ ਆ, ਤਾਂ ਤੁਸੀਂ ਸਧਾਰਨੀ ਗੁੱਡ ਕਹਿ ਦਿੰਦੇ ਆ, ਤੇ ਕਈ ਵਾਰੀ ਹਾਲਤ ਤੁਹਾਡੀ ਗੁੱਡ ਨਹੀਂ ਹੁੰਦੀ। ਇਹ ਜਿਹੜੀ ਇੱਕ ਰਿਸਰਚ ਕੰਪਨੀ ਆ, ਇੱਕ ਨਵੀਂ ਸਰਵੇ ਕੀਤਾ ਰਿਸਰਚ ਕੰਪਨੀ ਨੇ, ਉਹਦੇ ਵਿੱਚੋਂ ਉਹਨਾਂ ਨੇ ਇਹ ਗੱਲਬਾਤ ਕੱਢ ਕੇ ਲਿਆਂਦੀ। ਉਹ ਕਹਿੰਦੇ ਤਿੰਨਾਂ ਦੇ ਵਿੱਚੋਂ ਇੱਕ ਕੈਨੇਡਾ ਵਾਲਾ ਜਾਣੀ ਕਿ 32-33% ਦੇ ਨੇੜੇ ਉਹਨੇ ਐਡਮਿਟ ਕੀਤਾ ਕਿ ਉਹ ਆਪਣੇ ਘਰ ਬਣੇ ਖਾਣੇ ਦੇ ਬਾਰੇ ਝੂਠ ਬੋਲਦੇ ਆ, ਤੇ ਇਹ ਕਹਿੰਦੇ ਆ ਵੀ ਮੈਂ ਬਹੁਤ ਇੰਜੋਏ ਕੀਤਾ, ਖਾਣਾ ਬੜਾ ਸਵਾਦ ਸੀ, ਜਦੋਂ ਕਿ ਖਾਣਾ ਸਵਾਦ ਨਹੀਂ ਸੀ। ਦੂਜਾ ਇਹ ਕਿਹਾ ਜਾ ਰਿਹਾ ਕਿ ਇਹ ਔਰਤਾਂ ਦੇ ਵਿੱਚ ਜ਼ਿਆਦਾ ਨੰਬਰ ਆ, 35% ਦੱਸਿਆ ਜਾ ਰਿਹਾ। ਅਟਲਾਂਟਿਕ ਕੈਨੇਡੀਅਨਸ ਦੇ ਵਿੱਚ ਸਭ ਤੋਂ ਜ਼ਿਆਦਾ 40% ਆ। ਮਤਲਬ ਅਟਲਾਂਟਿਕ ਕੈਨੇਡਾ ਦੇ ਵਿੱਚ ਬੰਦੇ ਨੂੰ, ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਖਾਣਾ ਸਵਾਦ ਹੋਵੇ ਜਾਂ ਨਾ ਹੋਵੇ, ਉਹ ਵੈਸੇ ਹੀ ਕਿਸੇ ਦਾ ਦਿਲ ਰੱਖਣ ਨੂੰ ਕਹਿ ਦਿੰਦਾ ਵੀ ਖਾਣਾ ਸਵਾਦ ਸੀ। ਜਦੋਂ ਨਵੇਂ ਲੋਕਾਂ ਨੂੰ ਤੁਸੀਂ ਮਿਲਦੇ ਆ, 24% ਕੈਨੇਡੀਅਨ ਕਹਿੰਦੇ ਵੀ ਅਸੀਂ ਗਲਤ ਫੋਨ ਨੰਬਰ ਜਾਂ ਈਮੇਲ ਐਡਰੈਸ ਉਹਨਾਂ ਨੂੰ ਦੇ ਦਿੱਤਾ ਜਿਨ੍ਹਾਂ ਦੇ ਵਿੱਚ ਅਸੀਂ ਇੰਟਰਸਟਡ ਨਹੀਂ ਸੀ। ਤੁਸੀਂ ਨਵੇਂ ਬੰਦੇ ਨੂੰ ਮਿਲਦੇ ਆ, ਉਹਦੇ ਨਾਲ ਗੱਲਬਾਤ ਕਰਦੇ ਆ, ਤੇ ਜਾਣ ਲੱਗੇ ਤੁਸੀਂ ਕਹਿੰਦੇ ਕਿ ਆਪਣਾ ਫੋਨ ਨੰਬਰ ਦੇ ਦੇ ਜਾਂ ਈਮੇਲ ਦੇ ਦੇ, ਆਪਾਂ ਇਨ ਟੱਚ ਰਵਾਂਗੇ, ਮਿਲਦੇ ਗਿਲਦੇ ਰਵਾਂਗੇ। 24 ਜਣਿਆਂ ਨੇ 100 ਦੇ ਵਿੱਚੋਂ ਇਹ ਕਿਹਾ ਵੀ ਅਸੀਂ ਗਲਤ ਨੰਬਰ ਦੇ ਦਿੱਤਾ ਤੇ ਗਲਤ ਈਮੇਲ ਦੇ ਦਿੱਤੀ ਆ, ਤੇ ਤਾਂ ਕਿ ਅਸੀਂ ਇਹਨੂੰ ਮਿਲਣਾ ਨਹੀਂ ਚਾਹੁੰਦੇ ਜਾਂ ਇਹਦੇ ਵਿੱਚ ਸਾਡੀ ਕੋਈ ਦਿਲਚਸਪੀ ਨਹੀਂ ਆ। ਹੁਣ ਜਾਂ ਤਾਂ ਤੁਸੀਂ ਉਹਨੂੰ ਮੌਕੇ 'ਤੇ ਦੱਸ ਦਿਓ, ਉਹਦੇ ਮੂੰਹ 'ਤੇ ਤੁਸੀਂ ਕਹਿ ਦਿਓ ਕਿ ਭਾਈ ਮੈਨੂੰ ਤੇਰੇ ਨਾਲ ਮਿਲ ਕੇ ਕੋਈ ਇੱਦਾਂ ਦੀ ਗੱਲ ਨਹੀਂ ਲੱਗੀ, ਤੇ ਮੈਂ ਨਹੀਂ ਭਵਿੱਖ ਦੇ ਵਿੱਚ ਤੈਨੂੰ ਮਿਲਣਾ ਚਾਹੁੰਦਾ, ਜਿਹੜਾ ਕਿ ਉਸ ਵਿਅਕਤੀ ਦਾ ਦਿਲ ਤੋੜੂਗਾ। ਲੋਕਾਂ ਨੇ ਉਹਦਾ ਦਿਲ ਰੱਖਣ ਦੇ ਲਈ ਗਲਤ ਫੋਨ ਨੰਬਰ ਦੇ ਦਿੱਤਾ ਤੇ ਜਾਂ ਗਲਤ ਈਮੇਲ ਦੇ ਦਿੱਤੀ, ਜਦੋਂ ਕਿ ਇਹਦੇ ਨਾਲ ਦਿਲ ਵੱਡਾ ਟੁੱਟੂਗਾ ਜਦੋਂ ਮੁੜ ਕੇ ਉਹ ਫੋਨ ਕਰੂਗਾ, ਜਿਹੜਾ ਮਿਲੂਗਾ ਨਹੀਂ ਜਾਂ ਈਮੇਲ ਦੇ ਉੱਤੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੂਗਾ। ਔਰ ਇਹ ਵੀ ਦੱਸਿਆ ਇਹਨਾਂ ਨੇ ਕਿ ਇਹ ਔਰਤਾਂ ਦੇ ਵਿੱਚ ਇਹ ਗਿਣਤੀ ਜਿਹੜੀ ਜ਼ਿਆਦਾ ਦੱਸੀ ਗਈ ਹੈ, 29% ਇਹ ਗਿਣਤੀ ਉਹਨਾਂ ਦੇ ਵਿੱਚ ਦੱਸੀ ਗਈ ਹੈ। ਇਹ ਜਿਹੜਾ ਸਰਵੇ ਹੋਇਆ ਇਹਦੇ ਵਿੱਚ 22% ਜਿਹੜੇ ਕੈਨੇਡੀਅਨ ਆ ਉਹ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜਾ ਦੱਸਿਆ ਕਿ ਉਹ ਜਲਦੀ ਆ ਜਾਣਗੇ, ਤੇ ਜਿਹੜਾ ਜਾਂ ਜਦੋਂ ਕਿ ਉਹ ਲੇਟ ਹੁੰਦੇ ਟਾਈਮ ਦੇ ਬਾਰੇ ਦੇ ਵਿੱਚ। 21% ਜਿਹੜੇ ਕਲੇਮ ਕਰਦੇ ਆ ਕਿ ਉਹਨਾਂ ਦੇ ਫੋਨ ਦੇ ਵਿੱਚ ਬੈਟਰੀ ਹੈ ਨਹੀਂ, ਜਾਂ ਦੂਜਾ ਉਹਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦਾ। 20% ਨੇ ਇਹ ਕਿਹਾ ਵੀ ਜਿਹੜੀ ਚੀਜ਼ ਉਹਨਾਂ ਨੇ ਖਰੀਦੀ ਆ ਉਹਦੇ ਬਾਰੇ ਝੂਠ ਜਿਹੜਾ ਉਹਨਾਂ ਨੇ ਦੱਸਿਆ ਆ। ਸੋ ਇੱਕ ਬੜੀ ਦਿਲਚਸਪ ਰਿਸਰਚ ਲੋਕਾਂ ਦੇ ਬਾਰੇ ਉਹਨਾਂ ਨੇ ਕੱਢ ਕੇ ਸਾਹਮਣੇ ਲਿਆਂਦੀ ਆ ਕਿ ਕਿੰਨੀ ਏਜ ਵਾਲੇ ਕਿਸ ਕਿਸਮ ਦਾ ਝੂਠ ਬੋਲਦੇ ਆ। ਪੈਸੇ ਧੇਲੇ ਦੇ ਮਾਮਲੇ ਦੇ ਵਿੱਚ 21% ਜਿਹੜੇ ਰਿਸਪੋਂਡੈਂਟ ਆ ਉਹ ਕਹਿੰਦੇ ਅਸੀਂ
ਮਤਲਬ ਸੱਚ ਨਹੀਂ ਦੱਸਦੇ। 16% ਕਹਿੰਦੇ ਅਸੀਂ ਆਪਣੀ ਉਮਰ ਬਾਰੇ ਝੂਠ ਬੋਲਿਆ, ਤੇ 15% ਇਹ ਕਹਿੰਦੇ ਆ ਕਿ ਅਸੀਂ ਜਿਹੜਾ ਮਤਲਬ ਓਨੈਸਟ ਨਹੀਂ ਆ ਉੱਥੇ ਜਿੱਥੇ ਉਹ ਰਹਿੰਦੇ ਆ। ਉਸ ਮਾਮਲੇ ਦੇ ਵਿੱਚ ਸਰਵੇ ਨੇ ਇਹ ਵੀ ਦੱਸਿਆ ਕਿ ਬਹੁਤ ਥੋੜ੍ਹੇ ਜਿਹੇ ਕੈਨੇਡੀਅਨਸ ਨੇ 12% ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਕਿਸੇ ਨੂੰ ਡੇਟ ਕਰ ਰਿਹਾ ਜਾਂ ਨਹੀਂ ਕਰ ਰਿਹਾ। 6% ਕਹਿੰਦੇ ਆ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਸਪਾਊਸ ਬਾਰੇ ਝੂਠ ਬੋਲਿਆ। 10% ਜਿਹੜੇ ਉਹ ਕੈਨੇਡੀਅਨਸ ਇਹ ਕਹਿ ਰਹੇ ਆ ਕਿ ਉਹਨਾਂ ਦੇ ਜਿਹੜੀਆਂ ਪਿਛਲਾ ਜੌਬ ਐਕਸਪੀਰੀਅੰਸ ਸੀ ਉਹਦੇ ਬਾਰੇ ਓਨੈਸਟ ਨਹੀਂ ਸੀਗੇ। ਸੋ ਸਰਵੇ ਦੇ ਵਿੱਚ ਕੁਬੈਕ ਦੇ ਵਿੱਚ ਦੱਸਿਆ ਕਿ ਉੱਥੇ ਬਹੁਤੇ ਲੋਕਾਂ ਨੇ ਜਿਹੜੀ ਡੇਟਿੰਗ ਦੇ ਵਿੱਚ ਝੂਠ ਬੋਲਿਆ। ਸੋ ਵੱਖ-ਵੱਖ ਜਿਹੜੇ ਪ੍ਰੋਵਿੰਸਸ ਨੇ ਉਹਨਾਂ ਦੇ ਵੱਖ-ਵੱਖ ਅੰਕੜੇ ਸਾਹਮਣੇ ਲਿਆਂਦੇ ਆ। ਬੜੀ ਦਿਲਚਸਪ ਗੱਲਬਾਤ ਇਹ, ਜਿਹਦੇ ਵਿੱਚੋਂ ਇਹ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਬੰਦਾ ਕਈ ਵਾਰੀ ਸਧਾਰਨ ਰੂਪ ਦੇ ਵਿੱਚ ਹੀ ਝੂਠ ਬੋਲ ਦਿੰਦਾ, ਚਾਹੇ ਉਹ ਕਿਸੇ ਦਾ ਦਿਲ ਰੱਖਣ ਦੇ ਲਈ ਕਿਉਂ ਨਾ ਹੋਵੇ, ਉਹ ਸੱਚ ਨਹੀਂ ਬੋਲਦਾ, ਉਹ ਝੂਠ ਬੋਲ ਦਿੰਦਾ। ਅਗਲੀ ਗੱਲ ਦੋਸਤੋ ਇੱਕ ਦਵਾਈ ਬਾਰੇ ਆ। ਹਜ਼ਾਰਾਂ ਹੀ ਲੋਕ ਜਿਹੜੇ ਯੂਨਾਈਟਿਡ ਸਟੇਟਸ ਦੇ ਵਿੱਚ ਹੈ ਨੇ ਉਹ ਓਜ਼ੈਂਪਿਕ ਨਾਂ ਦੀ ਇੱਕ ਦਵਾਈ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੀਆਂ ਫਾਰਮੇਸੀਜ਼ ਤੋਂ ਲੈ ਰਹੇ ਆ। ਰੈਸਟ੍ਰਿਕਸ਼ਨ ਸੇਲ ਦੇ ਉੱਤੇ ਲੱਗ ਰਹੀ ਹੈ ਤਾਂ ਕਿ ਲੋਕਲ ਸ਼ਾਰਟੇਜ ਨਾ ਹੋ ਜਾਵੇ। ਦਵਾਈ ਜਿਹੜੀ ਆ ਇਹ ਸ਼ੂਗਰ ਦੀ ਆ, ਡਾਇਬਟੀਜ਼। ਇੱਕ ਨਿਊਜ਼ ਕਾਨਫਰੰਸ ਪਰਸੋਂ ਕੀਤੀ ਹੈ ਇਹਨਾਂ ਨੇ, ਸਾਡੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਨੇ, ਤੇ ਉਹਨਾਂ ਨੇ ਦੱਸਿਆ ਵੀ ਜਿਹੜੀ ਇੰਟਰਨਲ ਮਿਨਿਸਟਰੀ ਇਨਵੈਸਟੀਗੇਟ ਕਰ ਰਹੀ ਹੈ ਕ੍ਰਾਸ ਬਾਰਡਰ ਇਸ਼ੂਜ਼ ਦੇ ਉੱਤੇ, ਤੇ ਕਿਹਾ ਇਹ ਜਾ ਰਿਹਾ ਕਿ 5 ਦੇ ਵਿੱਚੋਂ ਇੱਕ ਓਜ਼ੈਂਪਿਕ ਪ੍ਰਸਕ੍ਰਿਪਸ਼ਨ ਜਿਹੜੀ ਉਹ BC ਦੇ ਵਿੱਚ ਆ, ਤੇ ਉਹ ਅਮਰੀਕਾ ਦੇ ਰੈਜ਼ੀਡੈਂਟਸ ਨੂੰ ਜਾ ਰਹੀ ਆ ਇਸ ਸਾਲ ਦੇ ਪਹਿਲੇ 2 ਮਹੀਨਿਆਂ ਦੇ ਵਿੱਚ। ਓਜ਼ੈਂਪਿਕ ਇੱਕ ਦਵਾਈ ਆ, ਜਦੋਂ ਸ਼ੂਗਰ ਹੋ ਜਾਂਦੀ ਕਿਸੇ ਨੂੰ ਉਹ ਦਵਾਈ ਦਿੰਦੇ ਆ, ਤੇ ਇਹ ਦਵਾਈ ਦੇ ਨਾਲ ਬੰਦੇ ਦਾ ਭਾਰ ਘਟਦਾ, ਤੇ ਸਾਈਡ ਇਫੈਕਟ ਕਹਿੰਦੇ ਇਹਦਾ ਹੈ ਕੋਈ ਨਹੀਂ, ਭਾਰ ਬੰਦੇ ਦਾ ਘਟ ਜਾਂਦਾ। ਤੇ ਵੱਡੀਆਂ ਵੱਡੀਆਂ ਸੈਲੀਬ੍ਰਿਟੀਜ਼ ਨੇ ਇਹਦੇ ਬਾਰੇ ਦੱਸਿਆ ਵੀ ਇਹ ਲੈ ਲਓ ਤੇ ਤੁਸੀਂ ਪਤਲੇ ਹੋ ਸਕਦੇ ਆ, ਤੁਹਾਨੂੰ ਬਹੁਤੀ ਖੇਚਲ ਕਰਨ ਦੀ ਜਾਂ ਖਾਣ ਪੀਣ ਦੀ ਜਾਂ ਦੌੜਨ ਭੱਜਣ ਦੀ ਲੋੜ ਨਹੀਂ ਆ। ਹੁਣ ਉਹ ਟ੍ਰੈਂਡ ਕਿਉਂਕਿ ਇੱਧਰ ਨੂੰ ਚੱਲ ਪਿਆ, ਲੋਕ ਇੱਥੋਂ ਪ੍ਰਸਕ੍ਰਾਈਬ ਕਰਾਉਂਦੇ ਆ ਤੇ ਅਮਰੀਕਾ 'ਚ ਲੈ ਜਾਂਦੇ 5 ਚੋਂ 1 ਜਣਾ, ਤੇ ਜਿਹੜੇ ਕੰਮ ਲਈ ਉਹ ਦਵਾਈ ਬਣੀ ਆ ਸ਼ੂਗਰ ਲਈ, ਉਹਨਾਂ ਦੇ ਮਰੀਜ਼ਾਂ ਦੇ ਲਈ ਇਹ ਦਵਾਈ ਸ਼ਾਇਦ ਸ਼ਾਰਟ ਹੋ ਜਾਵੇ। ਇਸ ਗੱਲ ਕਰਕੇ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਬਹੁਤ ਮੈਜੋਰਿਟੀ ਜਿਹੜੀ ਦੀ ਪ੍ਰਸਕ੍ਰਿਪਸ਼ਨ ਆ, ਜਿਹੜੀ ਪਰਚੀ ਲਿਖੀ ਆ, ਉਹ ਨੋਵਾ ਸਕੋਸ਼ੀਆ ਦੀ ਆ, ਤੇ 2 ਵੈਨਕੂਵਰ ਦੇ ਵਿੱਚ ਫਾਰਮੇਸੀਆਂ ਆ, ਉਹਨਾਂ ਤੋਂ ਦਵਾਈ ਉਹ ਲੈਂਦੇ ਆ। ਮਤਲਬ ਇਹ ਇੱਕ ਇਹਨਾਂ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਆ, ਤੇ ਜਿਹੜਾ ਅਮਰੀਕਾ ਬੈਠਾ ਬੰਦਾ ਆ ਉਹ ਇਹਨਾਂ ਫਾਰਮੇਸੀ ਦੇ ਆ ਕੇ ਆਰਡਰ ਕਰਦਾ, ਤੇ ਉੱਥੇ ਇਹ ਦਵਾਈ ਅਮਰੀਕਾ ਉਹਨਾਂ ਨੂੰ ਪਹੁੰਚੀ ਜਾਂਦੀ ਹੈ। ਸੋ ਓਜ਼ੈਂਪਿਕ ਇੱਕ ਬ੍ਰਾਂਡ ਨੇਮ ਆ ਇੰਜੈਕਟੇਬਲ ਡਰੱਗ ਦਾ, ਜਿਹੜੀ ਬੇਸਿਕਲੀ ਟਾਈਪ 2 ਡਾਇਬਟੀਜ਼ ਦੇ ਲਈ ਪ੍ਰਸਕ੍ਰਾਈਬ ਕੀਤੀ ਜਾਂਦੀ ਆ। ਇਹਦੇ ਬਾਰੇ ਹੁਣ ਜਾਂਚ ਪੜਤਾਲ ਹੋ ਰਹੀ ਆ ਕਿ ਇਹ ਭਾਰ ਘਟਾਉਣ ਦੇ ਲਈ ਵਰਤੀ ਜਾ ਰਹੀ ਆ, ਅਮਰੀਕਾ ਕਿੱਦਾਂ ਚਲੀ ਜਾਂਦੀ ਹੈ। ਹਾਲਾਂਕਿ ਭੇਜੀ ਜਾ ਸਕਦੀ, ਇਹਦੇ 'ਚ ਕੁਝ ਵੀ ਗੈਰ ਕਾਨੂੰਨੀ ਨਹੀਂ ਆ। ਜਿਹੜੇ ਪੇਸ਼ੈਂਟ ਅਮਰੀਕਾ ਦੇ ਵਿੱਚ ਹੈਗੇ ਆ ਉਹ ਕੈਨੇਡਾ ਦੀਆਂ ਫਾਰਮੇਸੀਆਂ ਦੇ ਵਿੱਚ ਆ ਕੇ ਡਰੱਗ ਖਰੀਦ ਰਹੇ ਆ। BC ਦੇ ਵਿੱਚ 1 ਮਹੀਨੇ ਦੇ ਵਿੱਚ ਜਿਹੜੀ ਓਜ਼ੈਂਪਿਕ ਦੀ ਕਾਸਟ ਆ ਉਹ $300 ਆ, ਤੇ ਜਿਹੜੀਆਂ ਔਰ ਉੱਥੇ ਲਗਭਗ $1000 ਆ ਅਮਰੀਕਾ ਦੇ ਵਿੱਚ, ਤੇ ਇੱਧਰੋਂ ਹੁਣ ਉਧਰਲੇ ਪਾਸੇ ਨੂੰ ਜਾ ਰਹੀ ਆ। ਇਹਦੇ ਉੱਤੇ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦਾ ਇਹਨੂੰ ਯਤਨ ਕਰ ਰਹੀ ਹੈ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਤੇ ਕੱਲ ਆਪਾਂ ਫਿਰ ਹਾਜ਼ਰ ਹੋਵਾਂਗੇ ਕੱਲ ਦੇ ਕੁਝ ਮਸਲਿਆਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।